ਵਾਹਿਗੁਰੂ ਜੀ। ਸਤਨਾਮ ਗੁਰੂ ਗਰੀਬ ਨਿਵਾਜ। ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਤੁਧ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ। ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨਾ ਜਾਣੈ ਮੇਰਾ। ਜਿਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਹੀ। ਕੱਲੇ ਆਵੈ ਨਾਨਕਾ ਕੱਲੇ ਆਵੈ ਨਾਨਕਾ। ਸਦੇ ਉੱਠੀ ਜਾਹੇ ਸਰਫੈ ਸਰਫੈ ਸਦਾ ਸਦਾ ਵਹਿ ਗਈ ਵਿਹਾਏ। ਨਾਨਕ ਕਿਛਨੋ ਆਖੀਐ ਨਾਨਕ ਕਿਛਨੋ ਆਖੀਐ ਬਿਨ ਪੁੱਛਿਆ ਹੀ ਲੈ ਜਾਏ। ਰਾਣਾ ਰਾਉ ਨਾ ਕੋ ਰਹੈ ਰੰਗ ਨਾ ਤੁੰਗ ਫਕੀਰ। ਵਾਰੀ ਆਪੋ ਆਪਣੀ ਵਾਰੀ ਆਪੋ ਆਪਣੀ। ਕੋਈ ਨਾ ਬੰਦੈ ਤੀਰ। ਜੀ ਕੱਲੇ ਜਗ ਆਈ ਦੇ। ਉਹ ਪਰਮੇਸ਼ਰ ਦੇ ਇਕੱਲੇ ਆਪਾਂ ਇਸ ਸੰਸਾਰ ਤੇ ਆਏ ਆ। ਗੁਰਮੁਖੋ ਜਿੱਦਨ ਉਹਦਾ ਸੱਦਾ ਆ ਗਿਆ ਫਿਰ ਸਭ ਨੂੰ ਜਾਣਾ ਪੈਂਦਾ ਹੈ। ਉਹਦੇ ਇਕੱਲੇ ਹੋਏ ਭੇਜੇ ਹੋਏ ਸੰਸਾਰ ਤੇ ਆਏ ਆ। ਜੀ ਕੱਲੇ ਜਗ ਆਈ ਦੇ ਸੱਦਿਆਂ ਤੇ ਜਾਣਾ ਪੈਂਦਾ। ਕੱਲੇ ਜਗ ਆਈ ਦੇ ਸੱਦਿਆਂ ਤੇ ਜਾਣਾ ਪੈਂਦਾ। ਜਗ ਆਈ ਦੇ ਸੱਦਿਆਂ ਤੇ ਜਾਣਾ ਪੈਂਦਾ। ਕੱਲੇ ਜਗ ਆਈ ਦੇ ਸੱਦਿਆਂ ਤੇ ਜਾਣਾ ਪੈਂਦਾ। ਸੱਦਿਆਂ ਤੇ ਜਾਣਾ ਪੈਂਦਾ। ਕੱਲੇ ਜਗ ਆਈ ਦੇ ਸੱਦਿਆਂ ਤੇ ਜਾਣਾ ਪੈਂਦਾ। ਕੱਲੇ ਜਗ ਆਈ ਦੇ ਸੱਦਿਆਂ ਤੇ ਜਾਣਾ। ਕੱਲੇ ਜਗ ਆਈ ਦੇ ਸੱਦਿਆਂ ਤੇ ਜਾਣਾ ਪੈਂਦਾ। ਕੱਲੇ ਜਗ ਆਈ ਦੇ ਸੱਦਿਆਂ ਤੇ ਜਾਣਾ ਪੈਂਦਾ। ਕੱਲੇ ਜਗ ਆਈ ਦੇ
ਸਦਿਆਂ ਤੇ ਜਾਣਾ ਪੈਂਦਾ ਆਈਂਦਾ ਸਤਿਆਂ ਤੇ ਜਾਣਾ ਪੈਂਦਾ ਕੱਲੇ ਜਗ ਆਈਦਾ ਸਤਿਆਂ ਤੇ ਜਾਣਾ ਸਦਿਆਂ ਤੇ ਜਾਣਾ ਪੈਂਦਾ 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 ਜਾਣਾ ਪੈਂਦਾ ਸਤਿਆਂ ਤੇ ਜਾਣਾ ਪੈਂਦਾ ਸਤਿਆਂ ਤੇ ਜਾਣਾ ਪੈਂਦਾ ਸਤਿਆਂ ਤੇ ਜਾਣਾ ਪੈਂਦਾ ਸਦਿਆਂ ਤੇ ਜਾਣਾ ਪੈਂਦਾ ਸਦਿਆਂ ਤੇ ਜਾਣਾ 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 ਪੈਂਦਾ ਸਦਿਆਂ ਤੇ ਜਾਣਾ ਪੈਂਦਾ ਸਦਿਆਂ ਤੇ ਜਾਣਾ ਕੱਲੇ ਜਗ ਆਈ ਦੇ ਸਦਿਆਂ ਤੇ ਜਾਣਾ ਪੈਂਦਾ ਕੱਲੇ ਜਗ ਆਈ ਦੇ ਸਦਿਆਂ ਤੇ ਜਾਣਾ ਪੈਂਦਾ ਉਹ ਕੱਲੇ ਜਗ ਆਈਂਦਾ ਸਦਿਆਂ ਤੇ ਜਾਣਾ ਪੈਂਦਾ ਕੱਲੇ ਜਗ ਆਈਂਦਾ ਸਦਿਆਂ ਤੇ ਜਾਣਾ ਪੈਂਦਾ ਜਗ ਆਈਦਾ ਸਤਿਆਂ ਤੇ ਜਾਣਾ ਪੈਂਦਾ ਕੱਲੇ ਜਗ ਆਈਦਾ ਸਦਿਆਂ ਤੇ ਜਾਣਾ ਪੈਂਦਾ ਜਿਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਏ ਕੱਲੇ ਆਵੇ ਨਾਨਕਾ ਸਦੇ ਉੱਠੀ ਜਾਹੇ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਅਤੇ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਜਿਤਨੇ ਵੀ ਮਾਈ ਭਾਈ ਗੁਰਮੁਖ ਪਿਆਰੇ ਭੈਣ ਭਰਾ ਦੋਸਤ ਮਿੱਤਰ ਰਿਸ਼ਤੇਦਾਰ ਸਾਕ ਸੰਬੰਧੀ ਭਾਈ ਸਾਹਿਬ ਭਾਈ ਗੁਰਜੰਟ ਸਿੰਘ ਜੋ ਕਿ ਪਿਛਲੇ ਦਿਨੀ ਜਿਨੀ ਉਸ ਅਕਾਲ ਪੁਰਖ ਪਾਸੋਂ ਸਵਾਸਾਂ ਰੂਪੀ ਪੂੰਜੀ ਮਿਲੇ ਸੀ ਉਸ ਨੂੰ ਭੋਗਦਿਆਂ ਹੋਇਆ ਉਹਨੂੰ ਖਰਚਦਿਆਂ ਹੋਇਆ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਦੇ ਨਿਮਿਤ ਸਮੂਹ ਪਰਿਵਾਰ ਨੇ ਰਲ ਮਿਲ ਕੇ ਸਤਿਗੁਰਾਂ ਦੀ ਬਾਣੀ ਦਾ ਓਟ ਆਸਰਾ ਲਿਆ ਤੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ ਜੀ ਦੇ ਸ੍ਰੀ ਸਹਿਜ ਪਾਠ ਆਪਣੇ ਗ੍ਰਹਿ ਵਿਖੇ ਪ੍ਰਕਾਸ਼ ਕਰਵਾਈ ਜਿਨ੍ਹਾਂ ਦੇ ਗੁਰਮੁਖ ਅੰਮ੍ਰਿਤ ਵੇਲੇ ਭੋਗ ਪਏ ਕੁਝ ਰਹਿੰਦਾ ਸਮਾਂ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾਂ ਦੇ ਮਹਾਵਾਕ ਅਨੁਸਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪਹੁੰਚ ਕੇ ਆਪਾਂ ਹਾਜ਼ਰੀ ਲਵਾਈਏ। ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਤੇ ਗੁਰਮੁਖੋ ਜੋ ਮੌਤ ਹੈ ਉਹ ਇੱਕ ਅਟਲ ਸਚਾਈ ਹੈ। ਇਸ ਸੰਸਾਰ ਤੇ ਜਿਹੜਾ ਵੀ ਆਇਆ ਹੈ ਉਹਨੂੰ ਆਪਣੀ ਆਪਣੀ ਵਾਰੀ ਅਨੁਸਾਰ ਜਾਣਾ ਪਿਆ ਹੈ। ਉਹ ਭਾਵੇਂ ਕੋਈ ਰਾਜਾ ਹੋਵੇ, ਭਾਵੇਂ ਮਹਾਰਾਜਾ ਹੋਵੇ, ਭਾਵੇਂ ਕੋਈ ਗਰੀਬ ਹੋਵੇ, ਅਮੀਰ ਹੋਵੇ, ਭਾਵੇਂ ਪਸ਼ੂ ਪੰਛੀ ਹੋਣ, ਬਨਸਪਤੀ ਹੋਵੇ, ਜਿਹੜਾ ਇਸ ਸੰਸਾਰ ਤੇ ਪੈਦਾ ਹੋਇਆ ਹੈ, ਜਿਹਦਾ ਜਨਮ ਹੋਇਆ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਜਨਮੰ ਤਾਂ ਮਰਣੰ। ਤੇ ਗੁਰਮੁਖ ਪਿਆਰਿਓ, ਜਿਹਦਾ ਜਨਮ ਹੋਇਆ ਹੈ ਉਹਦਾ ਇੱਕ ਦਿਨ ਮਰਨ ਵੀ ਹੋਣਾ ਹੈ। ਜਿਹੜਾ ਆਇਆ ਹੈ ਉਹਨੇ ਇੱਕ ਦਿਨ ਜਾਣਾ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਜੋ ਉਪਜਿਓ ਸੋ ਵਿਨਸ ਹੈ। ਸਤਿਗੁਰੂ ਜੀ ਕਹਿੰਦੇ ਜਿਹੜਾ ਪੈਦਾ ਹੋਇਆ ਹੈ ਉਹਨੇ ਇੱਕ ਦਿਨ ਵਿਨਸਣਾ ਹੈ। ਜੋ ਉਪਜਿਓ ਸੋ ਵਿਨਸ ਹੈ, ਪਰੋ ਆਜ ਕੈ ਕਾਲ। ਅੱਜ ਨਹੀਂ ਤੇ ਕੱਲ, ਕਦੇ ਨਾ ਕਦੇ ਉਹਦਾ ਸਮਾਂ ਆ ਜਾਣਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਕੋਈ ਵੀ ਗੁਰਮੁਖ ਪਿਆਰੀ ਉਸ ਸੰਸਾਰ ਤੇ ਆਉਂਦਾ ਹੈ, ਸਭ ਤੋਂ ਪਹਿਲਾਂ ਉਹਦਾ ਮਰਨਾ ਨਿਸ਼ਚਿਤ ਕੀਤਾ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਮਰਨ ਲਖਾਏ ਮੰਡਲ ਮੈਂ ਆਏ। ਸੰਸਾਰ ਦੇ ਵਿੱਚ ਬਾਅਦ ਵਿੱਚ ਆਉਂਦਾ, ਪਹਿਲਾਂ ਉਹਦਾ ਮਰਨਾ ਨਿਸ਼ਚਿਤ ਕੀਤਾ ਜਾਂਦਾ ਹੈ। ਇਸੇ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਜੋ ਉਪਜਿਓ, ਜਿਹੜਾ ਪੈਦਾ ਹੋਇਆ ਹੈ ਉਹਨੇ ਖਤਮ ਹੋਣਾ ਹੈ। ਸੋ ਵਿਨਸ ਹੈ, ਉਹਨੇ ਵਿਨਸਣਾ ਹੈ। ਪਰੋ ਆਜ ਕੈ ਕਾਲ, ਅੱਜ ਨਹੀਂ ਤੇ ਕੱਲ। ਅੱਗੇ ਸਤਿਗੁਰੂ ਜੀ ਕਹਿੰਦੇ, ਫਿਰ ਕਰਨਾ ਕੀ ਚਾਹੀਦਾ ਹੈ? ਇਹ ਮਨੁੱਖਾ ਜੀਵਨ ਕਿਉਂ ਮਿਲਿਆ ਹੈ? ਇਹ ਇੱਕ ਵਾਰੀ ਦਿੱਤੀ ਹੈ ਪਰਮੇਸ਼ਰ ਨੇ। ਵੇਖੋ ਗੁਰਮੁਖੋ, ਕਿੰਨੀਆਂ ਜੂਨਾਂ ਨੇ, 42 ਲੱਖ ਜੂਨ ਹੈ ਜਿਹੜੀ ਉਹ ਧਰਤੀ ਦੇ ਉੱਪਰ ਹੈ। 42 ਲੱਖ ਜੂਨ ਪਾਣੀ ਵਿੱਚ ਹੈ। ਇੰਨੀਆਂ ਜੂਨਾਂ ਭੋਗ ਕੇ ਫਿਰ ਕਿਤੇ ਮਨੁੱਖਾ ਜੀਵਨ ਮਿਲਦਾ ਹੈ। ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਮਨੁੱਖਾ ਜੀਵਨ ਮਿਲਿਆ ਨਾਮ ਜਪਣ ਵਾਸਤੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਣਾ ਕਰਦੇ ਨੇ, ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ। ਨਾਨਕ ਹਰ ਗੁਣ ਗਾਏ, ਲੈ ਛਾੜ ਸਗਲ ਜੰਜਾਲ। ਇਹ ਸਾਰੇ ਜੰਜਾਲ ਛੱਡ ਕੇ ਤੂੰ ਪਰਮੇਸ਼ਰ ਹਰੀ ਦੇ, ਉਹ ਪਰਮਾਤਮਾ ਦੇ ਗੁਣ ਗਾ। ਜਿਹਨੇ ਤੈਨੂੰ ਇਹ ਸਰੀਰ ਦਿੱਤਾ ਹੈ ਉਹਦਾ ਸ਼ੁਕਰਾਨਾ ਕਰ, ਉਹਨੂੰ ਯਾਦ ਕਰ। ਓ ਭਾਈ ਹਰੀ ਦੇ ਗੁਣਾਂ ਨੂੰ ਗਾ ਲੈ, ਛੱਡ ਕੇ ਜੰਜਾਲਾਂ ਨੂੰ। ਹਰੀ ਦੇ ਗੁਣਾਂ ਨੂੰ ਗਾ ਲੈ, ਛੱਡ ਕੇ ਜੰਜਾਲਾਂ ਨੂੰ। ਓ ਭਾਈ ਹਰੀ ਦੇ ਗੁਣਾਂ ਨੂੰ ਗਾ ਲੈ, ਛੱਡ ਕੇ ਜੰਜਾਲਾਂ ਨੂੰ। ਹਰੀ ਦੇ ਗੁਣਾਂ ਨੂੰ ਗਾ ਲੈ, ਛੱਡ ਕੇ ਜੰਜਾਲਾਂ ਨੂੰ। ਦੇ ਗੁਣਾਂ ਨੂੰ ਗਾ
ਛੱਡ ਕੇ ਜੰਜਾਲਾਂ ਨੂੰ ਹਰੀ ਦੇ ਗੁਣਾਂ ਨੂੰ ਗਾ ਲੈ ਛੱਡ ਕੇ ਜੰਜਾਲਾਂ ਨੂੰ ਹਰੀ ਦੇ ਗੁਣਾਂ ਨੂੰ ਗਾ ਲੈ ਬਈ ਛੱਡ ਕੇ ਜੰਜਾਲਾਂ ਨੂੰ ਹਰੀ ਦੇ ਗੁਣਾਂ ਨੂੰ ਗਾ ਲੈ ਛੱਡ ਕੇ ਜੰਜਾਲਾਂ ਨੂੰ ਉਹ ਭਾਈ ਹਰੀ ਦੇ ਗੁਣਾਂ ਨੂੰ ਗਾ ਲੈ ਛੱਡ ਕੇ ਜੰਜਾਲਾਂ ਨੂੰ ਹਰੀ ਦੇ ਗੁਣਾਂ ਨੂੰ ਗਾ ਲੈ ਛੱਡ ਕੇ ਜੰਜਾਲਾਂ ਨੂੰ ਹਰੀ ਦੇ ਗੁਣਾਂ ਨੂੰ ਗਾ ਲੈ ਛੱਡ ਦੇ ਜੰਜਾਲਾਂ ਨੂੰ ਹਰੀ ਦੇ ਗੁਣਾਂ ਨੂੰ ਗਾ ਲੈ ਛੱਡ ਦੇ ਜੰਜਾਲਾਂ ਪਿਆਰੇ ਜੀ ਛੱਡ ਕੇ ਜੰਜਾਲਾਂ ਨੂੰ ਪਿਆਰੇ ਜੀ ਛੱਡ ਕੇ ਜੰਜਾਲਾਂ ਨੂੰ ਉਹ ਪਿਆਰੇ ਜੀ ਛੱਡ ਕੇ ਜੰਜਾਲਾਂ ਨੂੰ ਪਿਆਰੇ ਜੀ ਛੱਡ ਕੇ ਜੰਜਾਲਾਂ ਨੂੰ ਛੱਡ ਦੇ ਜੰਜਾਲਾਂ ਨੂੰ ਪਿਆਰੇ ਜੀ ਛੱਡ ਕੇ ਜੰਜਾਲਾਂ ਨੂੰ ਹਰੀ ਦੇ ਗੁਣਾਂ ਨੂੰ ਗਾ ਲੈ ਛੱਡ ਕੇ ਜੰਜਾਲਾਂ ਨੂੰ ਹਰੀ ਦੇ ਗੁਣਾਂ ਨੂੰ ਗਾ ਲੈ ਬਈ ਛੱਡ ਕੇ ਜੰਜਾਲਾਂ ਨੂੰ ਉਹ ਭਾਈ ਹਰੀ ਦੇ ਗੁਣਾਂ ਨੂੰ ਗਾ ਲੈ ਛੱਡ ਦੇ ਜੰਜਾਲਾਂ ਨੂੰ ਹਰੀ ਦੇ ਗੁਣਾਂ ਨੂੰ ਗਾ ਲੈ ਛੱਡ ਦੇ ਜੰਜਾਲਾਂ ਨੂੰ ਗੁਣਾਂ ਨੂੰ ਗਾ ਲੈ ਛੱਡ ਦੇ ਜੰਜਾਲਾਂ ਨੂੰ ਹਰੀ ਦੇ ਗੁਣਾਂ ਨੂੰ ਗਾ ਲੈ ਛੱਡ ਦੇ ਜੰਜਾਲਾਂ ਨੂੰ ਜੋ ਉਪਜਿਓ ਸੋ ਵਿਨਸ ਹੈ ਪਰੋ ਆਦਿ ਕੈ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ ਇਹ ਜੰਜਾਲ ਛੱਡ ਕੇ ਸਤਿਗੁਰੂ ਜੀ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਭਾਈਓ ਪਰਮੇਸ਼ਰ ਦੀ ਬੰਦਗੀ ਕਰਿਆ ਕਰ ਨਹੀਂ ਤੇ ਗੁਰਮੁਖੋ ਆਪਾਂ ਜਿਹੜੀ ਆਪਾਂ ਨੂੰ ਉਮਰ ਪਰਮੇਸ਼ਰ ਨੇ ਦਿੱਤੀ ਹੈ ਜਿੰਨਾ ਸਮਾਂ ਦਿੱਤਾ ਹੈ ਹਰ ਰੋਜ਼ ਆਪਣੀ ਜਿਹੜੀ ਉਮਰ ਹੈ ਉਹ ਘਟਦੀ ਜਾ ਰਹੀ ਹੈ ਕਿਵੇਂ ਦਿਨਾਂ ਕਰਕੇ ਮਹੀਨਿਆਂ ਕਰਕੇ ਸਾਲਾਂ ਵਧੀ ਇਹ ਜਿਹੜਾ ਸਾਡਾ ਸਮਾਂ ਉਹ ਸਾਡੇ ਹੱਥੋਂ ਗੁਰਮੁਖੋਂ ਨਿਕਲਦਾ ਜਾ ਰਿਹਾ ਹੈ ਸਮਾਂ ਕਿਸੇ ਦੀ ਲਿਹਾਜ਼ ਨਹੀਂ ਕਰਦਾ ਉਹਨੇ ਆਪਣੀ ਰਫ਼ਤਾਰ ਚੱਲੀ ਜਾਣਾ ਹੈ ਸਮਾਂ ਭਾਵੇਂ ਸੁੱਖ ਦਾ ਹੋਵੇ ਭਾਵੇਂ ਦੁੱਖ ਦਾ ਹੋਵੇ ਸਮੇਂ ਨੇ ਲੰਘੀ ਜਾਣਾ ਹੈ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਛਿਨ ਛਿਨ ਔਦ ਵਿਹਾਤ ਹੈ ਫੂਟੇ ਘਟ ਜਿਉ ਪਾਨੀ ਕਹਿੰਦੇ ਭਾਈ ਤੇਰੀ ਉਮਰ ਇਦਾਂ ਘਟਦੀ ਜਾ ਰਹੀ ਹੈ ਦਿਨ ਤੇ ਪਹਿਰ ਪਹਿਰ ਤੇ ਘੜੀਆਂ ਆਪ ਘਟੈ ਤਨ ਸੀਜੈ ਦਿਨਾਂ ਕਰਕੇ ਘੜੀਆਂ ਕਰਕੇ ਘੰਟਿਆਂ ਕਰਕੇ ਮਿੰਟਾਂ ਸਕਿੰਟਾਂ ਕਰਕੇ ਆਪਣੀ ਜਿਹੜੀ ਉਮਰ ਹੈ ਉਹ ਨਿਕਲਦੀ ਜਾ ਰਹੀ ਹੈ ਭਗਤ ਰਵਿਦਾਸ ਜੀ ਵੀ ਕਹਿੰਦੇ ਜੋ ਦਿਨ ਆਵੇ ਸੋ ਦਿਨ ਜਾਹੀ ਕਰਨਾ ਕੂਚ ਰਹਿਨ ਥਿਰ ਨਾਹੀ ਸੰਗ ਚਲਤ ਹੈ ਹਮ ਪੀ ਚਲਣਾ ਦੂਰ ਗਵਨ ਸਿਰ ਉੱਪਰ ਮਰਨਾ
ਉਹ ਜਿਹੜਾ ਮਰਨਾ ਹੈ ਹਰ ਸਮੇਂ ਤੇਰੇ ਸਿਰ ਤੇ ਹੈ, ਤੈਨੂੰ ਕੋਈ ਪਤਾ ਨਹੀਂ ਲੱਗਣਾ ਵੀ ਕਦੋਂ ਮੌਤ ਨੇ ਆ ਜਾਣਾ ਹੈ। ਬਾਬਾ ਕਬੀਰ ਜੀ ਵੀ ਕਹਿੰਦੇ ਕਿਆ ਜਾਣਾ ਕਿ ਮਰਾਂਗੇ, ਕੈਸਾ ਮਰਨਾ ਹੋਏ। ਇਹ ਕਿਸੇ ਨੂੰ ਪਤਾ ਵੀ ਕਦੋਂ ਮਰਨਾ ਹੈ, ਕਦੋਂ ਸਾਡਾ ਸਮਾਂ ਆ ਜਾਣਾ ਇਸ ਸੰਸਾਰ ਤੋਂ ਜਾਣ ਦਾ ਨਹੀਂ ਪਤਾ ਗੁਰਮੁਖੋ। ਕਿਆ ਜਾਣਾ ਕਿ ਮਰਾਂਗੇ, ਕੈਸਾ ਮਰਨਾ ਹੋਏ। ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਸਤਿਗੁਰੂ ਜੀ ਕਹਿੰਦੇ ਜੇ ਤੈਨੂੰ ਮਰਨਾ ਯਾਦ ਹੈ ਤਾਂ ਇਹ ਸਮਝ ਤੈਨੂੰ ਰੱਬ ਵੀ ਯਾਦ ਹੈ। ਰੱਬ ਯਾਦ ਹੈ, ਤੈਨੂੰ ਆਪਣੀ ਮੌਤ ਯਾਦ ਹੈ। ਇਹ ਦੋ ਗੱਲਾਂ ਜ਼ਰੂਰੀ ਯਾਦ ਰੱਖਣ ਵਾਲੀਆਂ ਨੇ, ਆਪਣੀ ਮੌਤ ਤੇ ਪਰਮੇਸ਼ਰ ਦਾ ਨਾਮ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਤੇਰੀ ਉਮਰ ਨਿਕਲਦੀ ਜਾ ਰਹੀ ਹੈ, ਇਹਦਾ ਕੋਈ ਲਾਹਾ ਲੈ ਲੈ। ਤੂੰ ਇਸ ਸੰਸਾਰ ਦੇ ਆਈ ਲਾਹਾ ਲੈਣ, ਪ੍ਰਾਣੀ ਤੂੰ ਆਇਓ ਲਾਹਾ ਲੈਣ। ਲੱਗਾ ਕਿਤ ਕੋ ਫਕੜੀ ਸਾ ਮੁਕਦੀ ਚੱਲੀ ਰਹਿਣ। ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਈ। ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਪਰਮੇਸ਼ਰ ਦੀ ਬੰਦਗੀ ਤੋਂ ਬਿਨਾ ਇਹ ਹੀਰੇ ਵਰਗਾ ਜਨਮ ਕੌਡੀ ਦੇ ਬਦਲੇ ਜਾ ਰਿਹਾ ਹੈ। ਜੇ ਤੂੰ ਪਰਮੇਸ਼ਰ ਦੀ ਬੰਦਗੀ ਨਹੀਂ ਕਰਦਾ, ਉਹਨੂੰ ਯਾਦ ਨਹੀਂ ਕਰਦਾ। ਸਤਿਗੁਰੂ ਜੀ ਕਹਿੰਦੇ ਚੇਤਨਾ ਹੈ ਤੋ ਚੇਤ ਲੈ। ਨਿਸ ਦਿਨ ਮੈਂ ਪ੍ਰਾਨੀ, ਦਿਨ ਅਤੇ ਰਾਤ ਕਰਕੇ ਪਰਮੇਸ਼ਰ ਨੂੰ ਯਾਦ ਕਰਿਆ ਕਰ। ਤੇਰੀ ਉਮਰ ਹੈ ਜਿਹੜੀ ਉਹ ਘਟਦੀ ਜਾ ਰਹੀ ਹੈ। ਛਿਨ ਛਿਨ ਔਦ ਵਿਹਾਤ ਹੈ। ਛਿਨ ਛਿਨ ਕਰਕੇ ਜਿੱਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਿਸੇ ਘੜੇ ਵਿੱਚ ਪਾਣੀ ਪਾਇਆ ਹੋਵੇ, ਉਸ ਘੜੇ ਨੂੰ ਕੋਈ ਸਰਾਖ ਆ ਜਾਏ, ਉਹਦੇ ਚ ਛੋਟੀ ਜੀ ਕੋਈ ਤਰੇੜ ਆ ਜਾਏ, ਘੜਾ ਭਰਿਆ ਹੋਵੇ ਪਾਣੀ ਦਾ, ਜਦੋਂ ਗੁਰਮੁਖ ਉਹਦੇ ਵਿੱਚ ਕੋਈ ਸਰਾਖ ਪੈਦਾ ਹੋ ਜਾਏ ਨਾ, ਭਾਵੇਂ ਉਹਨੂੰ ਉੱਪਰ ਤੱਕ ਭਰ ਕੇ ਰੱਖ ਦਈਏ, ਉਹ ਬੂੰਦ ਬੂੰਦ ਕਰਕੇ ਪਾਣੀ ਹੈ ਜਿਹੜਾ ਨਿਕਲਦਾ ਰਹਿੰਦਾ ਹੈ। ਬੂੰਦ ਬੂੰਦ ਕਰਕੇ ਪਾਣੀ ਨਿਕਲਦਾ ਰਹਿੰਦਾ। ਕਹਿੰਦੇ ਇੱਕ ਦਿਨ ਐਸਾ ਆ ਜਾਂਦਾ ਹੈ ਉਹ ਘੜਾ ਜਿਹੜਾ ਬਿਲਕੁਲ ਖਾਲੀ ਹੋ ਜਾਂਦਾ ਹੈ। ਇਹ ਪ੍ਰਮਾਣ ਦਿੱਤੇ ਨੇ ਪਰਮੇਸ਼ਰ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ। ਕਹਿੰਦੇ ਏਦਾਂ ਜਿਵੇਂ ਘੜੇ ਵਿੱਚੋਂ ਪਾਣੀ ਬੂੰਦ ਬੂੰਦ ਕਰਕੇ ਨਿਕਲਦਾ ਰਹਿੰਦਾ ਹੈ, ਉਹ ਘੜਾ ਬਿਲਕੁਲ ਖਾਲੀ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਤੈਨੂੰ ਵੀ ਉਹ ਪਰਮੇਸ਼ਰ ਨੇ ਸਵਾਸਾਂ ਰੂਪੀ ਪਾਣੀ ਪਾਇਆ ਹੋਇਆ ਇਸ ਸਰੀਰ ਰੂਪੀ ਘੜੇ ਦੇ ਵਿੱਚ। ਗੁਰਮੁਖੋ ਆਪਣੇ ਸਵਾਸ ਦਿਨ ਅਤੇ ਰਾਤ ਕਰਕੇ ਬੰਦਾ 24,000 ਸਵਾਸ ਲੈ ਲੈਂਦਾ ਹੈ। 24,000 ਸਵਾਸ ਲੈ ਲੈਂਦਾ ਹੈ। ਤੇ ਗੁਰਮੁਖੋ ਆਪਣੀ ਜ਼ਿੰਦਗੀ ਦੇ ਵਿੱਚੋਂ ਉਹ ਦਿਨ ਕੱਟਿਆ ਜਾਂਦਾ ਹੈ, ਘਟ ਜਾਂਦਾ ਹੈ। ਪਰ ਆਪਣਾ ਖਿਆਲ ਇਹ ਹੈ ਵੀ ਅਸੀਂ ਘਟ ਨਹੀਂ ਰਹੇ, ਅਸੀਂ ਵੱਡੇ ਹੋ ਰਹੇ ਹਾਂ, ਜਵਾਨ ਹੋ ਗਏ। ਇਦਾਂ ਹੀ ਮਾਂ ਵੀ ਆਪਣੇ ਪੁੱਤਰ ਨੂੰ ਵੱਡਾ ਵੇਖ ਕੇ ਉਹਨੂੰ ਕਦੇ ਲਾਲ ਕਹਿੰਦੀ ਹੈ, ਮੇਰਾ ਮੋਰ, ਮੇਰਾ ਚੰਨ, ਮੇਰਾ ਸ਼ੇਰ। ਜਿੱਦਾਂ ਮਾਤਾ ਪਿਤਾ ਆਪਣੇ ਧੀ ਪੁੱਤਰ ਨੂੰ ਵੱਡਾ ਹੁੰਦਿਆਂ ਵੇਖ ਕੇ ਖੁਸ਼ ਹੁੰਦੇ ਨੇ ਨਾ ਵੀ ਇਹ ਵੱਡਾ ਹੋ ਰਿਹਾ, ਅਸਲ ਵਿੱਚ ਉਹ ਵੱਡੇ ਨਹੀਂ ਹੋ ਰਹੇ, ਉਹ ਘਟ ਰਹੇ ਨੇ, ਉਹ ਘਟ ਰਹੇ ਨੇ। ਆਪਾਂ ਸਾਰੇ ਗੁਰਮੁਖੋ ਮੌਤ ਦੇ ਨੇੜੇ ਜਾ ਰਹੇ ਹਾਂ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਏਦਾਂ ਹੀ ਤੇਰਾ ਜੀਵਨ ਵੀ ਉਸ ਘੜੇ ਵਾਲੇ ਪਾਣੀ ਵਾਂਗੂ ਬੂੰਦ ਬੂੰਦ ਕਰਕੇ
ਮੌਤ ਦੇ ਨੇੜੇ ਜਾ ਰਿਹਾ ਹੈ। ਅਸਲ ਵਿੱਚ ਇੱਕ ਦਿਨ ਐਸਾ ਆ ਜਾਣਾ ਹੈ, ਜਿਵੇਂ ਹੁਣ ਆਪਣੇ ਵਿੱਚ ਭਾਈ ਗੁਰਜੰਟ ਸਿੰਘ ਜੀ ਕਿਸੇ ਸਮੇਂ ਕਿਸੇ ਦਿਨ ਉਹ ਸੰਸਾਰ ਤੇ ਆਏ ਸੀ, ਪਰ ਅੱਜ ਨਹੀਂ ਰਹੇ। ਉਹ ਸਦਾ ਵਾਸਤੇ ਆਪਣੇ ਪਰਿਵਾਰ ਨੂੰ ਤੇ ਸੰਸਾਰ ਨੂੰ ਸਦੀਵੀ ਵਿਛੋੜਾ ਦੇ ਗਏ ਨੇ। ਇੱਥੇ ਗੁਰਮੁਖੋ ਰਹਿਣਾ ਕਿਸੇ ਨੇ ਵੀ ਨਹੀਂ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਤੇਰਾ ਜੀਵਨ ਵੀ ਇਦਾਂ ਦਾ ਹੀ ਹੈ, ਉਹ ਜਿਵੇਂ ਫੁੱਟੜੇ ਕੜੇ ਦਾ ਪਾਣੀ, ਔਦ ਤੇਰੀ ਜਾਵੇ ਬੀਤਦੀ, ਫੁੱਟੜੇ ਕੜੇ ਦਾ ਪਾਣੀ, ਔਦ ਤੇਰੀ ਜਾਵੇ ਬੀਤਦੀ। ਉਹ ਜਿਵੇਂ ਫੁੱਟੜੇ ਕੜੇ ਦਾ ਪਾਣੀ, ਔਦ ਤੇਰੀ ਜਾਵੇ ਬੀਤਦੀ। ਜਿਵੇਂ ਫੁੱਟੜੇ ਕੜੇ ਦਾ ਪਾਣੀ, ਔਦ ਤੇਰੀ ਜਾਵੇ ਬੀਤਦੀ। ਕੜੇ ਦਾ ਪਾਣੀ, ਔਦ ਤੇਰੀ ਜਾਵੇ ਬੀਤਦੀ, ਟੁੱਟੜੇ ਕੜੇ ਦਾ ਪਾਣੀ, ਔਦ ਤੇਰੀ ਜਾਵੇ ਬੀਤ। ਫੁੱਟੜੇ ਕੜੇ ਦਾ ਪਾਣੀ, ਔਦ ਤੇਰੀ ਜਾਂਦੀ ਬੀਤਦੀ। ਫੁੱਟੜੇ ਕੜੇ ਦਾ ਪਾਣੀ, ਔਦ ਤੇਰੀ ਜਾਵੇ ਬੀਤਦੀ। ਉਹ ਜਿਵੇਂ ਫੁੱਟੜੇ ਕੜੇ ਦਾ ਪਾਣੀ, ਔਦ ਤੇਰੀ ਜਾਵੇ ਬੀਤਦੀ। ਜਿਵੇਂ ਫੁੱਟੜੇ ਕੜੇ ਦਾ ਪਾਣੀ, ਔਦ ਤੇਰੀ ਜਾਂਦੀ ਬੀਤਦੀ। ਕੜੇ ਦਾ ਪਾਣੀ, ਔਦ ਤੇਰੀ ਜਾਵੇ ਬੀਤਦੀ। ਫੁੱਟੜੇ ਕੜੇ ਦਾ ਪਾਣੀ, ਔਦ ਤੇਰੀ ਜਾਵੇ ਬੀਤਦੀ। ਪਿਆਰੇ ਜੀ ਔਦ ਤੇਰੀ ਜਾਵੇ ਬੀਤਦੀ। ਪਿਆਰੇ ਜੀ ਔਦ ਤੇਰੀ ਜਾਵੇ ਬੀਤਦੀ। ਉਹ ਪਿਆਰੇ ਜੀ ਔਦ ਤੇਰੀ ਜਾਵੇ ਬੀਤਦੀ। ਪਿਆਰੇ ਜੀ ਔਦ ਤੇਰੀ ਜਾਵੇ ਬੀਤਦੀ। ਔਦ ਤੇਰੀ ਜਾਵੇ ਬੀਤਦੀ। ਪਿਆਰੇ ਜੀ ਔਦ ਤੇਰੀ ਜਾਵੇ ਬੀਤਦੀ। ਚੇਤਨਾ ਹੈ ਤੂੰ ਚੇਤਨ ਹੈ, ਨਿਸ ਦਿਨ ਮੈਂ ਪ੍ਰਾਨੀ। ਛਿਨ ਛਿਨ ਔਦ ਬਿਹਾਤ ਹੈ, ਫੂਟੇ ਘਟ ਜਿਉ ਪਾਣੀ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ। ਛਿਨ ਛਿਨ ਔਦ ਵਿਹਾਤ ਹੈ, ਫੂਟੇ ਘਟ ਜਿਉ ਪਾਣੀ। ਹਰ ਗੁਣ ਕਾਹੇ ਨਾ ਗਾਵਹੀ, ਮੂਰਖ ਅਗਿਆਨਾ। ਝੂਠੇ ਲਾਲਚ ਲਾਗ ਕੇ ਨਹਿ ਮਰਨ ਪਛਾਨਾ। ਕਹਿੰਦੇ ਝੂਠੇ ਲਾਲਚਾਂ ਵਿੱਚ ਫਸ ਕੇ ਨਾ, ਮਾਇਆ ਦੇ ਮੋਹ ਵਿੱਚ ਫਸ ਕੇ, ਧੀਆਂ ਪੁੱਤਰਾਂ ਦੇ ਮੋਹ ਵਿੱਚ ਫਸ ਕੇ ਤੂੰ ਤੇ ਮਰਨਾ ਵੀ ਭੁੱਲ ਗਿਆ। ਤੈਨੂੰ ਆਪਣਾ ਮਰਨਾ ਯਾਦ ਨਹੀਂ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਖਾ ਲਿਆ ਪੀ ਲਿਆ ਸੌਂ ਲਿਆ, ਕੰਮ ਕਾਰ ਕਰ ਲਿਆ ਦੁਨਿਆਵੀ, ਪਰ ਜਿਸ ਮਨੋਰਥ ਵਾਸਤੇ ਸੰਸਾਰ ਤੇ ਆਏ ਸੀ ਉਹ ਨਹੀਂ ਕੀਤਾ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਖਸਮ ਵਿਸਾਰ ਖੁਆਰੀ ਕੀਨੀ, ਧ੍ਰਿਗ ਜੀਵਨ ਨਹੀਂ ਰਹਿਣਾ। ਉਹ ਪਰਮੇਸ਼ਰ ਦੀ ਬੰਦਗੀ ਤੋਂ ਬਿਨਾਂ ਇਸ ਸੰਸਾਰ ਵਿੱਚ ਰਹਿਣਾ ਤੇਰਾ ਵਿਚਰਨਾ ਧ੍ਰਿਗ ਹੈ। ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ, ਕਹਿ ਕਿਆ ਤੁਧ ਕਰਮ ਕਮਾਇਆ। ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮੈਂ ਆਇਆ।
ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ। ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ। ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਸੰਸਾਰ ਵਿੱਚ ਆਉਣਾ ਉਹਨਾਂ ਦਾ ਪ੍ਰਵਾਨ ਹੁੰਦਾ ਹੈ, ਉਹਨਾਂ ਦਾ ਸਫਲਾ ਹੁੰਦਾ ਹੈ ਜਿਹੜਾ ਆਪਣਾ ਚਿੱਤ ਪਰਮੇਸ਼ਰ ਨਾਲ ਜੋੜਦੇ ਨੇ, ਜਿਹੜੇ ਉਹਦੀ ਬੰਦਗੀ ਕਰਦੇ ਨੇ। ਸੋ ਆਓ ਥੋੜਾ ਸਮਾਂ ਗੁਰਮੁਖ ਆਪਾਂ ਇਤਿਹਾਸ ਨਾਲ ਜੁੜੀਏ। ਤਕਰੀਬਨ 1:45 ਵਜੇ ਆਨੰਦ ਸਾਹਿਬ ਦਾ ਪਾਠ ਸ਼ੁਰੂ ਕਰ ਦੇਣਾ ਆਪਾਂ। ਜੋ ਵੀ ਗੁਰਮੁਖ ਪਿਆਰੀ ਇੱਧਰ ਉੱਧਰ ਗੱਲਾਂ ਬਾਤਾਂ ਕਰ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਲੰਗਰ ਪ੍ਰਸ਼ਾਦਾ ਛਕ ਕੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਸਜੋ। ਗੁਰਮੁਖੋ ਜਿੰਨਾ ਸਮਾਂ ਆਪਣਾ ਉਹਦੀ ਯਾਦ ਵਿੱਚ ਗੁਜ਼ਰਦਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਗੁਜ਼ਰਦਾ ਹੈ, ਉਹ ਸਮਾਂ ਆਪਣਾ ਲੇਖੇ ਵਿੱਚ ਹੋਏਗਾ। ਜਿਹੜੀ ਯਾਦ ਸਾਈਂ ਦੀ ਵਿੱਚ ਗੁਜ਼ਰੇ ਪੈਂਦੀ ਮੁਜਰੇ, ਸਾਈ ਘੜੀ ਸੁਲੱਖਣੀ ਸੋ ਨਾਲ ਵਿਹਾਵੇ। ਇਦਾਂ ਗੁਰਮੁਖੋ ਗੱਲਾਂ ਬਾਤਾਂ ਤੇ ਆਪਾਂ ਕਰਦੇ ਰਹੀਦਾ ਹੈ, ਪਰ ਆਪਣਾ ਮੇਨ ਮਕਸਦ ਕੀ ਹੈ ਇਸ ਸੰਸਾਰ ਤੇ ਆਉਣ ਦਾ, ਉਹ ਆਪਾਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਪੁੱਛੀਏ। ਗੁਰਬਾਣੀ ਇਸ ਜੱਗ ਮੈਂ ਚਾਨਣ ਕਰਮ ਵਸੈ ਮਨ ਆਏ। ਸਾਡੇ ਅੰਦਰ ਦਾ ਜਿਹੜਾ ਹਨੇਰਾ ਹੈ ਉਹ ਗੁਰੂ ਦੀ ਬਾਣੀ ਨਾਲ ਗੁਰਮੁਖ ਪਿਆਰਿਓ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਚਾਨਣ ਕਰ ਦੇਣਾ, ਪ੍ਰਕਾਸ਼ ਕਰ ਦੇਣਾ ਹੈ। ਜਿੱਦਾਂ ਗੁਰਮੁਖ ਪਿਆਰਿਓ ਕਿਸੇ ਕਮਰੇ ਵਿੱਚ ਹਨੇਰਾ ਹੋਵੇ, ਆਪਾਂ ਕਮਰੇ ਵਿੱਚ ਬੜੀਏ, ਬੜੇ ਠੇਡੇ ਲਿਖਾਣੇ ਪੈਂਦੇ ਨੇ। ਕੋਈ ਮੰਜਾ ਪਿਆ ਹੋਵੇ, ਕਿਤੇ ਸਾਡਾ ਗੋਡਾ ਵੱਜਦਾ, ਗਿੱਟਾ ਵੱਜਦਾ ਹੈ। ਕਿਉਂ ਵੱਜਦਾ? ਕਿਉਂਕਿ ਉੱਥੇ ਹਨੇਰਾ ਹੁੰਦਾ। ਇਸੇ ਕਰਕੇ ਗਿਆਨ ਤੋਂ ਬਿਨਾ ਆਪਾਂ ਹੀਣੇ ਆ। ਭਾਈ ਰੇ ਗੁਰ ਬਿਨ ਗਿਆਨ ਨਾ ਹੋਏ, ਗੁਰੂ ਤੋਂ ਬਿਨਾ ਗਿਆਨ ਨਹੀਂ ਹੋਣਾ। ਇਸ ਜੀਵਨ ਜਿਉਣ ਦੀ ਸੋਝੀ ਨਹੀਂ ਆਉਣੀ। ਤੇ ਗਿਆਨ ਗੁਰਮੁਖ ਪਿਆਰਿਓ ਕਿੱਥੋਂ ਮਿਲਣਾ? ਗੁਰੂ ਦੇ ਕੋਲੋਂ। ਇਸ ਕਰਕੇ ਆਪਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠੀਏ, ਮਨ ਬਿਰਤੀਆਂ ਕਾਗਰ ਕਰਕੇ ਬੈਠੀਏ। ਇਸ ਸੰਸਾਰ ਤੇ ਗੁਰਮੁਖੋ ਜਿਹੜਾ ਵੀ ਆਇਆ ਉਹਨੂੰ ਜਾਣਾ ਪਿਆ। ਵੱਡੇ ਵੱਡੇ ਰਾਜੇ ਮਹਾਰਾਜੇ ਆਏ, ਰਾਵਣ ਵਰਗੇ ਜਿਨ੍ਹਾਂ ਨੇ ਗੁਰਮੁਖ ਪਿਆਰਿਓ ਕਾਲ ਨੂੰ ਆਪਣੇ ਵਸ ਵਿੱਚ ਕੀਤਾ ਹੋਇਆ ਸੀ। ਏਡੀ ਵੱਡੀ ਲੰਕਾ ਸੋਨੇ ਦੀ, ਹਰਨਾਕਸ਼ ਵਰਗੇ ਜਿਨ੍ਹਾਂ ਨੇ ਪਰਮੇਸ਼ਰ ਤੋਂ ਵਰ ਲਿਆ ਸੀ। ਸੰਸਾਰ ਦੇ ਵਿੱਚੋਂ ਗੁਰਮੁਖ ਉਹਨਾਂ ਨੂੰ ਵੀ ਜਾਣਾ ਪਿਆ। ਆਪਾਂ ਗੱਲ ਇਹ ਕੀ, ਆਪਾਂ ਚੀਜ਼ ਕੀ ਆ? ਇਸ ਸੰਸਾਰ ਤੇ ਭਾਵੇਂ ਕੋਈ ਔਲੀਆ ਅਵਤਾਰ ਹੈ, ਭਾਵੇਂ ਕੋਈ ਭਿਖਾਰੀ ਹੈ, ਭਾਵੇਂ ਰਾਜਾ ਹੈ, ਉਹਨੂੰ ਸਭ ਨੂੰ ਜਾਣਾ ਪਿਆ। ਤੇ ਹੁਣ ਗੁਰਮੁਖੋ ਆਓ ਆਪਾਂ ਇਤਿਹਾਸ ਨਾਲ ਜੁੜੀਏ। ਕਹਿੰਦੇ ਹਰਨਾਕਸ਼ ਨੇ ਭਗਤੀ ਕੀਤੀ ਪਰਮੇਸ਼ਰ ਦੀ। ਜਦੋਂ ਪਰਮੇਸ਼ਰ ਦੀ ਭਗਤੀ ਕੀਤੀ, ਪਰਮੇਸ਼ਰ ਪ੍ਰਗਟ ਕਰ ਲਿਆ ਤੇ ਪਰਮੇਸ਼ਰ ਨੇ ਪੁੱਛਣਾ ਕੀਤਾ ਹਰਨਾਕਸ਼ ਨੂੰ, ਤੇਰੀ ਜਿਹੜੀ ਭਗਤੀ ਹੈ, ਬੰਦਗੀ ਹੈ, ਤੇਰੀ ਉਹ ਪ੍ਰਵਾਨ ਹੈ? ਮੰਗ ਤੂੰ ਕੀ ਮੰਗਦਾ ਹੈ? ਤੇ ਗੁਰਮੁਖੋ ਮੰਗਣ ਵਿੱਚ ਫਰਕ ਹੁੰਦਾ ਹੈ। ਕਈ ਵਾਰੀ ਅਸੀਂ ਸੇਵਾ ਕਰਕੇ ਆਪਣੀ ਸੇਵਾ ਸਫਲੀ ਕਰ ਲੈਂਦੇ ਹਾਂ, ਪਰ ਮੰਗਣ ਦੀ ਜਾਚ ਨਹੀਂ ਹੁੰਦੀ। ਜੇ ਮੰਗਣਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ। ਜੇ ਮੰਗੀਏ ਗੁਰਮੁਖ ਪਿਆਰਿਓ ਪਰਮੇਸ਼ਰ ਤੋਂ ਨਾਮ ਦੀ ਦਾਤ ਮੰਗੀਏ। ਬਿਨ ਤੁਧ ਹੋਰ ਜੇ ਮੰਗਣਾ
ਸਿਰ ਦੁੱਖਾਂ ਕੈ ਦੁੱਖ ਦੇਹੋ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਨਾਮ ਦੀ ਦਾਤ ਮੰਗੀਏ ਜੇ ਮੰਗਣਾ ਹੈ। ਸੋ ਹੁਣ ਹਰਨਾਕਸ਼ ਨੇ ਭਗਤੀ ਕੀਤੀ, ਪਰਮੇਸ਼ਰ ਨੂੰ ਪ੍ਰਗਟ ਕਰ ਲਿਆ। ਪਰਮਾਤਮਾ ਆਖਣ ਲੱਗਾ ਵੀ ਦੱਸ ਕੀ ਮੰਗ ਹੈ ਤੇਰੀ, ਕੀ ਇੱਛਾ ਹੈ ਤੇਰੀ। ਇੱਛਾ ਤੇ ਗੁਰਮੁਖ ਪਿਆਰਿਓ ਅੱਜ ਵੀ ਸਤਿਗੁਰੂ ਜੀ ਪੂਰਨ ਕਰਦੇ ਨੇ। ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਐ। ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਤੇ ਜਦੋਂ ਭਗਤੀ ਪੂਰੀ ਹੋ ਗਈ, ਪਰਮੇਸ਼ਰ ਤੋਂ ਵਰ ਕੀ ਮੰਗਿਆ? ਉਹਨੇ ਮੰਗਿਆ ਗੁਰਮਖੋ, ਆਖਣ ਲੱਗਾ ਪਰਮੇਸ਼ਰ ਜੀ ਜੇ ਤੁਸੀਂ ਖੁਸ਼ ਹੋਏ ਹੋ, ਮੇਰੀ ਮੰਗ ਇਹ ਹੈ ਕਿ ਨਾ ਮੈਂ ਦਿਨੇ ਮਰਾਂ ਨਾ ਮੈਂ ਰਾਤ ਨੂੰ ਮਰਾਂ, ਨਾ ਮੈਂ ਕਿਸੇ ਬਿਮਾਰੀ ਨਾਲ ਮਰਾਂ, ਨਾ ਮੈਨੂੰ ਕੋਈ ਪਸ਼ੂ ਪੰਛੀ ਮਾਰ ਸਕੇ, ਨਾ ਮੈਂ ਅੰਦਰ ਮਰਾਂ ਨਾ ਬਾਹਰ ਮਰਾਂ। ਇੰਨੇ ਗੁਰਮੁਖ ਪਿਆਰਿਓ ਨੇ ਵਰ ਮੰਗ ਲਏ। ਪਰਮੇਸ਼ਰ ਆਖਣ ਲੱਗਾ ਵੀ ਠੀਕ ਹੈ, ਇਹ ਵਰ ਦੇ ਦਿੱਤੇ ਤੈਨੂੰ। ਤੇ ਗੁਰਮੁਖ ਪਿਆਰਿਓ ਕਈ ਵਾਰੀ ਇਦਾਂ ਹੁੰਦਾ ਹੈ ਜਦੋਂ ਆਪਾਂ ਕੁਝ ਖੱਟ ਲੈਨੇ ਆ ਨਾ, ਜਬ ਕਛ ਪਾਵੈ ਤਬ ਗਰਭ ਕਰਤ ਹੈ। ਸਤਿਗੁਰੂ ਜੀ ਕਹਿੰਦੇ ਜਦੋਂ ਕੋਈ ਬੰਦਾ ਕੁਝ ਖੱਟ ਲਵੇ, ਕੋਈ ਚੀਜ਼ ਹਾਸਲ ਕਰ ਲਵੇ, ਕੋਈ ਤਰੱਕੀ ਮਿਲ ਜਾਵੇ, ਉਦੋਂ ਉਹ ਹੰਕਾਰ ਕਰਦਾ ਹੈ। ਜਬ ਕਛ ਪਾਵੈ ਤਬ ਗਰਭ ਕਰਤ ਹੈ। ਇਥੇ ਗੁਰਮੁਖੋ ਗੱਗਾ ਰਾਰਾ ਬੱਬਾ ਇਹਦਾ ਜਿਹੜਾ ਅਰਥ ਹੈ ਉਹ ਹੰਕਾਰ ਬਣਦਾ ਹੈ। ਜਿੱਥੇ ਹੋਵੇ ਗੱਗਾ ਰਾਰਾ ਪੱਬਾ ਉਥੇ ਉਹਦਾ ਅਰਥ ਗੁਰਮੁਖ ਪਿਆਰਿਓ ਮਾਤਾ ਦਾ ਉਦਰ ਪੇਟ ਬਣਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਬ ਕਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਕਹਿੰਦੇ ਜਦੋਂ ਕੋਈ ਇਨਸਾਨ ਕੁਝ ਹਾਸਲ ਕਰ ਲੈਂਦਾ ਉਦੋਂ ਹੰਕਾਰ ਕਰਦਾ ਹੈ। ਜਦੋਂ ਕੁਝ ਖੋਇਆ ਜਾਵੇ ਆਪਣੇ ਹੱਥੋਂ ਕੁਝ, ਫਿਰ ਕਹਿੰਦੇ ਰੋਣ ਲੱਗ ਜਾਂਦਾ ਹੈ ਵੀ ਇਦਾਂ ਕਿਉਂ ਹੋਇਆ। ਇਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਹਰ ਜੀਉ ਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੇ। ਹੁਣ ਹਰਨਾਕਸ਼ ਨੇ ਵਰਤੇ ਮੰਗ ਲਏ, ਪਰ ਨਾਲ ਦੀ ਨਾਲ ਹੰਕਾਰ ਵੀ ਆ ਗਿਆ। ਉਹਨੂੰ ਇਹ ਹੋਇਆ ਵੀ ਹੁਣ ਮੈਂ ਕਿਹੜਾ ਮਰਨਾ, ਸਦਾ ਰਹਿਣ ਵਾਲੀ ਤੇ ਗੁਰਮੁਖ ਪਿਆਰਿਓ ਇੱਕ ਪਰਮਾਤਮਾ ਹੀ ਹੈ, ਬਾਕੀ ਸਭ ਚਲਾਏਵਾਨ ਨੇ। ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ। ਜਦੋਂ ਇਹਨੇ ਇੰਨੇ ਵਰ ਮੰਗ ਲਏ ਵੀ ਨਾ ਮੈਂ ਦਿਨੇ ਮਰਾਂ ਨਾ ਰਾਤ ਨੂੰ ਮਰਾਂ, ਨਾ ਅੰਦਰ ਮਰਾਂ ਨਾ ਬਾਹਰ ਮਰਾਂ, ਇਹਦੇ ਵਿੱਚ ਗੁਰਮੁਖ ਪਿਆਰਿਓ ਹੰਕਾਰ ਹੋ ਗਿਆ, ਹਉਮੈ ਆ ਗਈ। ਕਿਉਂਕਿ ਰਾਜਾ ਸੀ। ਹੁਣ ਇਹ ਪਰਜਾ ਨੂੰ ਆਖਣ ਲੱਗਾ ਕੋਈ ਪਰਮੇਸ਼ਰ ਨਹੀਂ, ਕੋਈ ਪਰਮਾਤਮਾ ਨਹੀਂ, ਜੋ ਕੁਝ ਵੀ ਹੈ ਉਹ ਮੈਂ ਆ। ਬਸ ਤੁਸੀਂ ਹੁਣ ਕੋਈ ਪਰਮਾਤਮਾ ਦਾ ਨਾਂ ਨਹੀਂ ਜਪਣਾ, ਬਸ ਜੇ ਜਪਣਾ ਉਹ ਮੇਰਾ ਨਾਂ ਜਪਣਾ। ਜਲੇ ਹਰ ਹੁਣ ਗੁਰਮੁਖੋ ਸਾਰੇ ਡਰਦੇ ਸੀ, ਸਾਰੇ ਇਹਦਾ ਨਾਮ ਪਰਮੇਸ਼ਰ ਦਾ ਨਾਮ ਛੱਡ ਕੇ ਜਲੇ ਹਰਨਾਕਸ਼ ਥਲੇ ਹਰਨਾਕਸ਼ ਜਪਣ ਲੱਗ ਪਏ।
ਫਿਰ ਪਰਮੇਸ਼ਰ ਵੀ ਗੁਰਮੁਖੋ ਇਦਾਂ ਦੀ ਵਿਧ ਬਣਾ ਦਿੰਦਾ ਹੈ, ਇਦਾਂ ਦਾ ਕਾਰਨ ਕੋਈ ਬਣ ਜਾਂਦਾ ਜਿੱਦਾਂ ਸਾਡੀ ਮੌਤ ਦਾ ਕੋਈ ਕਾਰਨ ਬਣ ਜਾਂਦਾ ਹੈ। ਕੋਈ ਨਾ ਕੋਈ ਸਾਡਾ ਗੁਰਮੁਖ ਪਿਆਰਿਓ ਮੌਤ ਦਾ ਕਾਰਨ ਬਣਦਾ ਹੈ, ਕੋਈ ਬਹਾਨਾ ਬਣ ਜਾਂਦਾ ਹੈ। ਹੁਣ ਜਦੋਂ ਇਹਨੇ ਸਾਰੀ ਪਰਜਾ ਤੇ ਹੁਕਮ ਕੀਤਾ ਕੋਈ ਪਰਮਾਤਮਾ ਨਹੀਂ, ਬਸ ਮੇਰਾ ਨਾਂ ਹੀ ਜਪੋ, ਫਿਰ ਪਰਮੇਸ਼ਰ ਨੇ ਇਹਦੇ ਘਰ ਪ੍ਰਹਿਲਾਦ ਦਾ ਜਨਮ ਹੋਇਆ। ਪ੍ਰਹਿਲਾਦ ਭਗਤ ਪ੍ਰਗਟ ਹੋਇਆ ਇਹਦੇ ਘਰ। ਹੁਣ ਜਦੋਂ ਪੁੱਤਰ ਘਰ ਵਿੱਚ ਪੈਦਾ ਹੋਇਆ, ਥੋੜਾ ਵੱਡਾ ਹੋਇਆ, ਇਹ ਗੁਰਮੁਖੋ ਪਿਛਲੇ ਸੰਸਕਾਰ ਨਾਲ ਹੀ ਚੱਲਦੇ ਆ ਰਹੇ ਨੇ। ਜਿੱਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਜਨਮ ਜਨਮ ਕੋ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੂ ਖਨਲੀ ਧੋਤੀ ਉਜਲੀ ਨਾ ਹੋਵੀ, ਜੇ ਸੌ ਧੋਵਣ ਪਾਹੂ। ਜੇ ਹੁਣ ਗੁਰਮੁਖ ਪਿਆਰਿਓ ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਹੋਈ ਨਾਲ ਆ ਸਕਦੀ ਹੈ, ਤੇ ਭਜਨ ਬੰਦਗੀ ਕੀਤਾ ਹੋਇਆ ਵੀ ਨਾਲੇ ਜਾਏਗਾ। ਪ੍ਰਹਿਲਾਦ ਥੋੜਾ ਵੱਡਾ ਹੋਇਆ, ਕਿਉਂਕਿ ਗੁਰਮੁਖੋ ਜਿਹੜੇ ਬੱਚੇ ਨੇ ਕੋਈ ਭਗਤ ਬਣਨਾ ਹੈ, ਚੋਰ ਬਣਨਾ ਹੈ, ਡਾਕੂ ਬਣਨਾ ਹੈ, ਉਹਦੇ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਲੱਛਣਾਂ ਦਾ ਪਤਾ ਲੱਗ ਜਾਂਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਵੇਖੋ ਮਾਰਗ ਚੱਲਣਾ ਲੱਭ ਲੋਭ ਅੰਕਾਰ, ਤਜ ਬਹੁਤ ਨਾਹੀ ਬੋਲਣਾ। ਜਿਹੜੇ ਰੱਬ ਦੇ ਭਗਤ ਹੁੰਦੇ ਨੇ, ਰੱਬ ਦੇ ਪਿਆਰੇ ਹੁੰਦੇ ਨੇ, ਉਹ ਸੰਸਾਰ ਦੇ ਵਿੱਚ ਬਹੁਤਾ ਰਚਦੇ ਵਿਚਦੇ ਨਹੀਂ। ਉਹ ਸੰਸਾਰ ਵਿੱਚ ਰਹਿੰਦੇ ਨੇ, ਪਰ ਗੁਰਮੁਖ ਪਿਆਰੇ ਉਹ ਸੰਸਾਰ ਤੋਂ ਉੱਪਰ ਉੱਠ ਕੇ ਜਿਉਂਦੇ ਨੇ। ਹੁਣ ਜਦੋਂ ਇਹ ਛੋਟਾ ਜਿਹਾ ਸੀ ਵੱਡਾ ਹੋਇਆ, ਤੇ ਹੁਣ ਗੁਰਮੁਖ ਪਿਆਰੇ ਚੌਂਕੜਾ ਮਾਰ ਕੇ ਬੈਠ ਜਾਂਦਾ ਹੈ, ਭਗਤੀ ਕਰਦਾ ਹੈ ਬੈਠ ਕੇ। ਹਰਨਾਕਸ਼ ਦੇ ਘਰ ਵਾਲੀ ਆਖਣ ਲੱਗੀ, ਪ੍ਰਹਿਲਾਦ ਦੀ ਮਾਂ, ਦੇਖੋ ਜੀ ਬੱਚਾ ਆਪਣਾ ਬਹੁਤ ਸਿਆਣਾ ਹੈ, ਰੱਬ ਦਾ ਭਗਤ ਹੈ, ਪਰਮੇਸ਼ਰ ਦੀ ਕਰਨ ਵਾਲਾ, ਪਰਮੇਸ਼ਰ ਦੀ ਬੰਦਗੀ ਕਰਨ ਵਾਲਾ ਹੋਏਗਾ। ਉਹ ਆਖਣ ਲੱਗਾ, ਭਗਵਾਨ ਇਹਨੂੰ ਕੀ ਪਤਾ ਭਗਤੀ ਦਾ, ਇਹ ਤੇ ਬੱਚਾ ਹੈ। ਨਹੀਂ ਵੇਖੋ ਜੀ ਕਿੱਦਾਂ ਚੌਂਕੜਾ ਮਾਰ ਕੇ ਬਹਿੰਦਾ ਹੈ। ਤੇ ਫੇਰ ਹਰਨਾਕਸ਼ ਨੇ ਕਹਿ ਦਿੱਤਾ ਵੀ ਇਹਨੂੰ ਭਗਤੀ ਬਾਰੇ ਕੀ ਪਤਾ ਹੈ, ਕਿਉਂਕਿ ਗੁਰਮੁਖ ਪਿਆਰਿਓ ਉਹਦੇ ਮਨ ਵਿੱਚ ਹੰਕਾਰ ਸੀ ਨਾ, ਵੀ ਮੈਂ ਹੀ ਹਾਂ ਹੁਣ ਤੇ ਪਰਮਾਤਮਾ, ਜੋ ਵੀ ਕੁਝ ਹਾਂ ਸੰਸਾਰ ਤੇ ਮੈਂ ਹੀ ਹਾਂ ਬਸ। ਹਰ ਜੀਉ ਹੰਕਾਰ ਨਾ ਭਾਵੀ, ਵੇਦ ਕੂਕ ਸੁਣਾਵੇ। ਪਰਮੇਸ਼ਰ ਨੂੰ ਹੰਕਾਰ ਮਾਰ ਨਹੀਂ ਪਾਉਂਦਾ। ਤੇ ਹੁਣ ਜਦੋਂ ਵੱਡਾ ਹੋਇਆ, ਇਹ ਖੇਡਣ ਜਾਂਦਾ ਹੁੰਦਾ ਸੀ ਆਪਣੇ ਦੋਸਤਾਂ ਨਾਲ। ਇੱਕ ਸ਼ਹਿਰ ਵਿੱਚ ਮਹੱਲਾ ਹੈ, ਤੇ ਉਸ ਸ਼ਹਿਰ ਦੇ ਵਿੱਚ ਮਹੱਲਾ ਹੈ, ਜਦੋਂ ਖੇਡਣ ਜਾਂਦਾ ਇੱਕ ਦਿਨ ਕੀ ਵੇਖਿਆ, ਕਹਿੰਦੇ ਨਾਲ ਹੀ ਪ੍ਰਜਾਪਤਾਂ ਦੇ ਘਰ ਸੀ, ਘੁਮਿਆਰਾਂ ਦੇ, ਜੋ ਕਿ ਭਾਂਡੇ ਬਣਾਉਣ ਦਾ ਕੰਮ ਕਰਦੇ, ਮਿੱਟੀ ਦੇ ਭਾਂਡੇ। ਉਥੇ ਕਹਿੰਦੇ ਉਹਨਾਂ ਨੇ ਆਵਾ ਪਾਇਆ ਹੋਇਆ ਸੀ, ਭਾਂਡਿਆਂ ਨੂੰ ਅੱਗ ਦਿੱਤੀ ਹੋਈ ਸੀ। ਅੱਗ ਦੇ ਦਿੱਤੀ ਤੇ ਉਹਦੇ ਵਿੱਚ ਗੁਰਮੁਖ ਪਿਆਰਿਓ ਉਸ ਭਾਂਡਿਆਂ ਦੇ ਵਿੱਚ ਇੱਕ ਬਿੱਲੀ ਨੇ ਨਾ ਆਪਣੇ ਬੱਚੇ ਦਿੱਤੇ ਹੋਏ ਸੀ। ਬਾਅਦ ਵਿੱਚ ਉਹਨਾਂ ਨੂੰ ਯਾਦ ਆਇਆ ਵੀ ਬਿੱਲੀ ਦੇ ਬੱਚੇ ਮਰ ਜਾਣਗੇ, ਸਾਨੂੰ ਪਾਪ ਲੱਗੇਗਾ। ਤੇ ਹੁਣ ਉਹ ਸਾਰੇ
ਇਕੱਠੇ ਹੋ ਕੇ ਪਰਮੇਸ਼ਰ ਦੇ ਅੱਗੇ ਬੇਨਤੀਆਂ ਕਰ ਰਹੇ ਨੇ, ਅਰਦਾਸਾਂ ਕਰ ਰਹੇ ਨੇ। ਇਹਨੇ ਪੁੱਛਿਆ ਵੀ ਇਹ ਕੀ ਹੋ ਰਿਹਾ, ਸਾਰੀ ਗੱਲਬਾਤ ਦੱਸੀ ਵੀ ਇਦਾਂ ਕਰਕੇ ਆਵੇ ਦੇ ਵਿੱਚ ਬਿੱਲੀ ਦੇ ਬੱਚੇ ਰਹਿ ਗਏ, ਅਸੀਂ ਅੱਗ ਦੇ ਦਿੱਤੀ। ਜੇ ਉਹ ਬਿੱਲੀ ਦੇ ਬੱਚੇ ਮਰ ਗਏ ਤੇ ਸਾਨੂੰ ਪਾਪ ਲੱਗਣਾ ਸੀ। ਉਸ ਪਰਮੇਸ਼ਰ ਅੱਗੇ ਅਰਦਾਸ ਬੇਨਤੀ ਕਰ ਰਹੇ ਹਾਂ, ਐ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਬਚਾ ਲਿਓ। ਹੁਣ ਇਹਨੇ ਸੋਚਿਆ, ਭਗਤ ਪ੍ਰਹਿਲਾਦ ਨੇ ਸੋਚਿਆ ਵੀ ਮੇਰਾ ਪਿਤਾ ਤੇ ਕਹਿੰਦਾ ਵੀ ਮੇਰਾ ਨਾਮ ਜਪੋ, ਉਹ ਤੇ ਜਲੇ ਹਰਨਾਕਸ਼ ਥਲੇ ਹਰਨਾਕਸ਼ ਜਪਾਉਂਦਾ ਹੈ। ਇਹਦਾ ਮਤਲਬ ਵੀ ਪਰਮਾਤਮਾ ਕੋਈ ਹੋਰ ਹੈ ਜਿਹਦੇ ਅੱਗੇ ਇਹ ਬੇਨਤੀਆਂ ਕਰ ਰਹੇ ਨੇ। ਚੱਲ ਇਹਦੇ ਮਨ ਵਿੱਚ ਗੁਰਮੁਖ ਪਿਆਰਿਓ ਖਿਆਲ ਆਇਆ। ਇਹਨੇ ਪੁੱਛਣਾ ਕੀਤਾ ਵੀ ਆਵਾ ਤੁਸੀਂ ਕਦੋਂ ਖੋਲਣਾ ਹੈ, ਸਮਾਂ ਦੇ ਦਿੱਤਾ। ਕਹਿੰਦੇ ਵੀ ਆਹ ਦਿਨ ਅਸੀਂ ਆਵਾ ਖੋਲਾਂਗੇ। ਬੇਨਤੀ ਹੋਈ, ਅਰਦਾਸ ਬੇਨਤੀ ਹੋਈ। ਜਦੋਂ ਗੁਰਮੁਖ ਪਿਆਰਿਓ ਕੋਈ ਆਪਣੇ ਅੰਦਰੋਂ ਅਰਦਾਸ ਕਰਦਾ ਹੈ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਜਨ ਬਣਨਾ ਪੈਂਦਾ ਹੈ। ਅਰਦਾਸਾਂ ਤੇ ਆਪਾਂ ਵੀ ਹਰ ਰੋਜ਼ ਕਰਦੇ ਆਂ, ਪਰ ਆਪਣੀ ਕਿਉਂ ਨਹੀਂ ਸੁਣੀ ਜਾਂਦੀ? ਅਸੀਂ ਜਨ ਬਣੇ ਨਹੀਂ, ਸਾਡੀ ਅਰਦਾਸ ਸੁਣੀ ਨਹੀਂ ਜਾਂਦੀ। ਸਤਿਗੁਰੂ ਜੀ ਤੇ ਕਹਿੰਦੇ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਜਿਹੜਾ ਜਨ ਬਣ ਕੇ ਕਰਦਾ ਹੈ ਉਹਦੀ ਅਰਦਾਸ ਸੁਣੀ ਜਾਂਦੀ ਹੈ। ਬਿਰਥੀ ਨਾ ਹੋਵੇ ਜੀ ਕੀਤੀ ਅਰਦਾਸ ਜਨਾਂ ਦੀ, ਬਿਰਥੀ ਨਾ ਹੋਵੇ ਜੀ ਕੀਤੀ ਅਰਦਾਸ ਜਨਾਂ ਦੀ। ਬਿਰਥੀ ਨਾ ਹੋਵੇ ਜੀ ਕੀਤੀ ਅਰਦਾਸ ਜਨਾਂ ਦੀ, ਬਿਰਥੀ ਨਾ ਹੋਵੇ ਜੀ ਕੀਤੀ ਅਰਦਾਸ ਜਨਾਂ ਦੀ। ਨਾ ਹੋਵੇ ਜੀ ਕੀਤੀ ਅਰਦਾਸ ਜਨਾਂ ਦੀ, ਬਿਰਥੀ ਨਾ ਹੋਵੇ ਜੀ ਕੀਤੀ ਅਰਦਾਸ ਜਨਾਂ ਦੀ। ਬਿਰਥੀ ਨਾ ਹੋਵੇ ਜੀ ਕੀਤੀ ਅਰਦਾਸ ਜਨਾਂ ਦੀ, ਬਿਰਥੀ ਨਾ ਹੋਵੇ ਜੀ ਕੀਤੀ ਅਰਦਾਸ ਜਨਾਂ ਦੀ। ਬਿਰਥੀ ਨਾ ਹੋਵੇ ਜੀ ਕੀਤੀ ਅਰਦਾਸ ਜਨਾਂ ਦੀ, ਬਿਰਥੀ ਨਾ ਹੋਵੇ ਜੀ ਕੀਤੀ ਅਰਦਾਸ ਜਨਾਂ ਦੀ। ਬਿਰਥੀ ਨਾ ਹੋਵੇ ਜੀ ਕੀਤੀ ਅਰਦਾਸ ਜਨਾਂ ਦੀ, ਬਿਰਥੀ ਨਾ ਹੋਵੇ ਜੀ ਕੀਤੀ ਅਰਦਾਸ ਜਨਾਂ ਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਇਹਨੇ ਸੋਚਿਆ ਵੀ ਪਰਮਾਤਮਾ ਕੋਈ ਹੋਰ ਹੈ, ਵੀ ਹੈਗਾ। ਇਹ ਗੁਰਮੁਖ ਪਿਆਰਿਓ ਆਪਣੇ ਮਨ ਵਿੱਚ ਵੀ ਸ਼ੰਕਾ ਹੁੰਦਾ ਵੀ ਖੌਰੇ ਪਰਮਾਤਮਾ ਪਰਮੇਸ਼ਰ ਹੈ ਜਾਂ ਨਹੀਂ, ਵੀ ਨਜ਼ਰ ਤੇ ਕਿਤੇ ਆਉਂਦਾ ਨਹੀਂ। ਵੇਖੋ ਗੁਰਮੁਖੋ, ਸਰੋਂ ਦੇ ਵਿੱਚ ਕਦੇ ਤੇਲ ਨਜ਼ਰ ਨਹੀਂ ਆਉਂਦਾ, ਭਾਵੇਂ ਉਹਨੂੰ ਆਪਣੇ ਖਿੱਸੇ 'ਚ ਪਾਈ ਫਿਰੋ, ਭਾਵੇਂ ਪੰਡ ਬੰਨ ਲਓ, ਨਾ ਕੱਪੜੇ ਨੂੰ ਥੰਧਾਈ ਲੱਗੇਗੀ, ਪਰ ਤੇਲ ਹੈ ਜਿਹੜਾ ਉਹ ਨਿਕਲਦਾ ਤੇ ਸਰੋਂ ਵਿੱਚੋਂ ਹੀ ਆ ਨਾ। ਇਦਾਂ ਹੀ ਪਰਮਾਤਮਾ ਪਰਮੇਸ਼ਰ ਨਜ਼ਰ ਨਹੀਂ ਆਉਂਦਾ, ਹੈ ਹਰ ਇੱਕ ਥਾਂ ਹੈ, ਹਰ ਇੱਕ ਦੇ ਅੰਦਰ ਹੈ, ਉਹ ਪ੍ਰਗਟ ਕਰਨਾ ਪੈਂਦਾ ਹੈ। ਦੁੱਧ ਦੇ ਵਿੱਚ ਗੁਰਮੁਖ ਪਿਆਰਿਓ ਮੱਖਣ ਕਿਸੇ ਨੂੰ ਦਿਸਦਾ ਹੈ? ਘਿਓ ਦਿਸਦਾ ਹੈ? ਨਹੀਂ। ਪਹਿਲਾਂ ਜਾਗ ਲਾਉਣੀ ਪੈਂਦੀ ਹੈ ਗੁਰਮੁਖ ਪਿਆਰਿਓ, ਕਿੰਨਾ ਕੁਝ ਕਰਨਾ ਪੈਂਦਾ, ਫੇਰ ਕਿਤੇ ਘਿਓ ਹਾਸਲ ਹੁੰਦਾ ਹੈ। ਇਦਾਂ ਹੀ ਪਰਮੇਸ਼ਰ ਨੂੰ ਵੀ ਪ੍ਰਗਟ ਕਰਨ ਵਾਸਤੇ ਭਗਤੀ ਕਰਨੀ ਪੈਂਦੀ ਹੈ, ਕੁਝ ਛੱਡਣਾ ਪੈਂਦਾ ਹੈ, ਕੁਝ। ਇਦਾਂ ਜਦੋਂ ਇਹਨੇ ਵੇਖਿਆ ਵੀ ਅਰਦਾਸ ਹੋ ਰਹੀ ਹੈ ਤੇ ਉਹ ਅਰਦਾਸ ਗੁਰਮੁਖ ਪਿਆਰਿਓ ਉਹਨਾਂ ਦੀ ਪੂਰੀ ਹੋਈ। ਜਿਹੜੇ ਬੱਚੇ ਸੀ ਉਹ ਗੁਰਮੁਖ ਪਿਆਰਿਓ ਸਹੀ ਸਲਾਮਤ ਨਿਕਲੇ।
ਤਾਤੀ ਬਉ ਨਾ ਲੱਗਈ ਪਾਰ ਬ੍ਰਹਮ ਸਰਨਾਈ ਚੌ ਗਿਰਦ ਹਮਾਰਾ ਰਾਮ ਕਾਰ ਦੁਖ ਲੱਗੈ ਨਾ ਪਾਈ। ਜਿਸਕੇ ਸਿਰ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੈ। ਜੀਤੇ ਗੁਰਮੁਖ ਪਿਆਰਿਓ ਜਿਹਦੇ ਸਿਰ ਤੇ ਪਰਮੇਸ਼ਰ ਹੱਥ ਰੱਖਦਾ ਏ ਉਹ ਗੁਰਮੁਖ ਪਿਆਰਿਓ ਕਿਵੇਂ ਦੁੱਖ ਪਾਵੇਗਾ। ਤੇ ਇਹਨੂੰ ਹੋਰ ਨੀਚਾ ਹੋਰ ਸਰਦਾ ਵੱਧ ਗਈ ਵੀ ਹਾਂ ਪਰਮਾਤਮਾ ਹੈ, ਹੋਰ ਭਗਤੀ ਵੱਧ ਕਰਨ ਲੱਗ ਪਿਆ। ਹੁਣ ਇਹਨੂੰ ਗੁਰਮੁਖ ਪਿਆਰਿਓ ਜਦੋਂ 7 ਸਾਲ ਦੀ ਉਮਰ ਹੋਈ ਹੈ ਪੜਨ ਭੇਜਿਆ ਗਿਆ। ਸੰਡਾ ਮਰਕਾ 2 ਪਾਂਦੇ ਨੇ ਉਹਨਾਂ ਕੋਲ ਪੜਨ ਲਈ ਭੇਜਦੇ ਨੇ। ਹੁਣ ਗੁਰਮੁਖੋ ਜਦੋਂ ਪੜਨ ਜਾਂਦਾ ਹੈ ਇੱਕ ਦਿਨ ਸੰਡਾ ਮਰਕਾ ਜਿਹੜੇ 2 ਪਾਂਦੇ ਸੀ ਉਹ ਕਿਤੇ ਬਾਹਰ ਚਲੇ ਗਏ। ਖੂਹ ਚੱਲਦਾ ਸੀ। ਗੁਰਮੁਖੋ ਆਪਣੇ ਸਾਥੀਆਂ ਨੂੰ ਬੁਲਾ ਕੇ ਕਹਿੰਦਾ ਵੇਖੋ ਉਹ ਟਿੰਡਾਂ ਦੇ ਵਿੱਚੋਂ ਜਦੋਂ ਪਾਣੀ ਡੁੱਲਦਾ ਸੀ ਗੁਰਮੁਖ ਪਿਆਰਿਓ ਆਪਾਂ ਵੇਖੀਦਾ ਜਿੱਦਾਂ ਮੋਟਰ ਚੱਲਦੀ ਹੁੰਦੀ ਹੈ, ਟਿਊਬਵੈਲ ਚੱਲਦਾ ਹੁੰਦਾ ਹੈ, ਉਹ ਛੋਟੇ ਛੋਟੇ ਪਾਣੀ ਤੇ ਬੁਲਬੁਲੇ ਬਣ ਜਾਂਦੇ ਨੇ ਪਰ ਉਹਦੀ ਫੁੱਟ ਜਾਂਦੇ ਨੇ। ਆਪਣੇ ਸਾਥੀਆਂ ਨੂੰ ਬੁਲਾਇਆ ਵੇਖੋ ਮਿੱਤਰੋ ਇਹ ਪਾਣੀ ਦੇ ਬੁਲਬੁਲੇ ਕਿੰਨੀ ਕਿ ਇਹਨਾਂ ਦੀ ਉਮਰ ਹੈ ਵੇਖੋ। ਸਮਝਾਉਣਾ ਕੀਤਾ ਵੇਖੋ ਉਹ ਬੁਲਬੁਲੇ ਬਣਦੇ ਨੇ ਫੁੱਟ ਜਾਂਦੇ ਨੇ। ਇੰਨਾ ਗਿਆਨ ਹੋ ਗਿਆ ਆਪਣੇ ਸਾਥੀਆਂ ਨੂੰ। ਕਹਿੰਦਾ ਹੈ ਆਪਣੀ ਵੀ ਇੰਨੀ ਕੁ ਉਮਰ ਹੈ ਇਹਦੀ ਤੇ ਹਜੇ ਮਿੰਟ ਸਕਿੰਟ ਦੀ ਕੋਈ ਉਮਰ ਹੋਵੇਗੀ ਪਾਣੀ ਦੇ ਬੁਲਬੁਲੇ ਦੀ ਤੇ ਆਪਣੀ ਤੇ ਇੰਨੀ ਵੀ ਮਿਆਦ ਨਹੀਂ। ਸਮਝਾਉਣਾ ਕੀਤਾ ਇਸ ਕਰਕੇ ਆਪਾਂ ਨੂੰ ਉਹ ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ ਹੈ, ਉਹਦੀ ਬੰਦਗੀ ਕਰਨੀ ਚਾਹੀਦੀ ਹੈ। ਹੁਣ ਗੁਰਮੁਖੋ ਇਹਨੇ ਬਿਠਾ ਲਏ ਸਾਰੇ ਆਪਣੇ ਸਾਥੀ ਸਾਰਿਆਂ ਨੂੰ ਸਤਨਾਮ ਵਾਹਿਗੁਰੂ ਦਾ ਜਾਪ ਜਪਾਉਂਦਾ ਹੈ। ਪਰ ਜਦੋਂ ਉਹ ਸੰਡਾ ਮਰਕਾ ਆਏ ਉਹਨਾਂ ਨੇ ਵੇਖਿਆ ਵੀ ਇਹ ਤੇ ਪਰਮਾਤਮਾ ਦੀ ਬੰਦਗੀ ਕਰਵਾ ਰਿਹਾ ਹੈ। ਸਾਨੂੰ ਤੇ ਹੁਕਮ ਹੈ ਹਰਨਾਕਸ਼ ਵੱਲੋਂ ਵੀ ਕੋਈ ਪਰਮਾਤਮਾ ਨਹੀਂ ਜਲੇ ਹਰਨਾਕਸ਼ ਥਲੇ ਹਰਨਾਕਸ਼ ਜਪਣਾ ਹੈ। ਇਹ ਰਾਜੇ ਦਾ ਪੁੱਤਰ ਹੋ ਕੇ ਉਹ ਤੋਂ ਬਾਗੀ ਹੋਇਆ ਫਿਰਦਾ ਹੈ। ਉਹਨਾਂ ਨੇ ਸਮਝਾਉਣਾ ਕੀਤਾ ਤੇਰੇ ਪਿਤਾ ਦਾ ਹੁਕਮ ਹੈ ਜਲੇ ਹਰਨਾਕਸ਼ ਥਲੇ ਹਰਨਾਕਸ਼ ਜਪਿਆ ਕਰ। ਕਹਿੰਦਾ ਮੈਂ ਨਹੀਂ ਜਪਦਾ, ਮੈਂ ਪਰਮੇਸ਼ਰ ਦਾ ਨਾਮ ਜਪਾਉਂਦਾ। ਸਤਨਾਮ ਵਾਹਿਗੁਰੂ ਦਾ ਜਾਪ ਜਪਾਉਂਦਾ ਹੈ। ਇਹਨਾਂ ਨੇ ਹੁਣ ਗੁਰਮੁਖ ਪਿਆਰਿਓ ਵਿਚਾਰ ਕੀਤੀ ਵੀ ਰਾਜੇ ਦਾ ਲੜਕਾ ਹੈ ਉਹਨੂੰ ਦੱਸਣਾ ਕਰੀਏ। ਦੱਸਿਆ ਜਾ ਕੇ ਰਾਜਾ ਜੀ ਇਹ ਤੇਰਾ ਪੁੱਤਰ ਤੇਰੇ ਘਰ ਵਿੱਚ ਪੈਦਾ ਹੋਇਆ ਤੇਰਾ ਨਾਮ ਨਹੀਂ ਜਪਦਾ। ਇਹ ਤੇ ਆਪਣੇ ਸਾਥੀਆਂ ਨੂੰ ਵੀ ਵਾਹਿਗੁਰੂ ਵਾਹਿਗੁਰੂ ਜਪਾਉਂਦਾ, ਆਪ ਵੀ ਵਾਹਿਗੁਰੂ ਜਪਦਾ, ਇਹ ਤੇਰਾ ਨਾਮ ਨਹੀਂ ਜਪਦਾ। ਹਰਨਾਕਸ਼ ਕਹਿੰਦਾ ਵੀ ਇਹ ਤੇ ਵਿਗੜ ਗਿਆ। ਵੇਖੋ ਗੁਰਮੁਖ ਪਿਆਰਿਓ ਜਿਹੜਾ ਕੋਈ ਬੰਦਗੀ ਕਰਦਾ ਹੋਵੇ ਉਹਨੂੰ ਲੋਕੀ ਵਿਗੜਿਆ ਕਹਿੰਦੇ ਨੇ। ਆਖਣ ਲੱਗਾ ਉਹ ਵੀ ਕਹਿ ਰਹੇ ਨੇ ਸੰਡਾ ਮਰਕਾ ਦੋਵੇਂ ਪਾਂਦੇ ਇਹ ਆਪ ਵੀ ਤੁਹਾਡਾ ਨਾਮ ਨਹੀਂ ਜਪਦਾ ਤੇ ਜਿਹੜੇ ਬੱਚੇ ਹੋਰ ਸਾਡੇ ਕੋਲ ਪੜ੍ਹਦੇ ਨੇ ਉਹ ਵੀ ਉਹਨਾਂ ਨੂੰ ਵੀ ਆਪਣੇ ਪਿੱਛੇ ਲਾ ਲਿਆ। ਤੇ ਆਖਣ ਲੱਗੇ ਆਪ ਤੇ ਵਿਗੜਿਆ ਇਹਨੇ ਹੋਰ ਵੀ ਵਿਗਾੜ ਦਿੱਤੇ। ਆਪ ਵਿਗੜਿਆ ਤੇ ਚਾਟੜੇ ਵਿਗਾੜਤੇ। ਉਹ ਪਾਂਦਾ ਜੀ ਕਹਿ ਰਹੇ ਨੇ ਹਰਨਾਕਸ਼ ਨੂੰ ਰਾਜਾ ਜੀ ਤੇਰੇ ਲਾਡਲੇ ਨੇ ਵਿਗੜਿਆ ਤੇ ਚਾਟੜੇ ਵਿਗਾੜਤੇ। ਰਾਜਾ ਜੀ ਤੇਰੇ ਲਾਡਲੇ ਨੇ ਆਪ ਵਿਗੜਿਆ ਤੇ ਚਾਟੜੇ ਵਿਗਾੜਤੇ। ਰਾਜਾ ਜੀ ਤੇਰੇ ਲਾਡਲੇ ਨੇ ਆਪ ਵਿਗੜਿਆ ਤੇ ਚਾਟੜੇ ਵਿਗਾੜਤੇ। ਰਾਜਾ ਜੀ ਤੇਰੇ ਲਾਡਲੇ ਨੇ
ਵਿਗਾੜਤੇ ਰਾਜਾ ਜੀ ਤੇਰੇ ਲਾਡਲੇ ਨੇ ਆਪ ਵਿਗੜਿਆ ਤੇ ਝਾਟੜੇ ਵਿਗਾੜਤੇ ਰਾਜਾ ਜੀ ਤੇਰੇ ਲਾਡਲੇ ਵਿਗੜਿਆ ਤੇ ਜਾਟੜੇ ਵਿਗਾੜਤੇ ਰਾਜਾ ਜੀ ਤੇਰੇ ਲਾਡਲੇ ਨੇ ਆਪ ਵਿਗੜਿਆ ਤੇ ਜਾਟੜੇ ਵਿਗਾੜਤੇ ਰਾਜਾ ਜੀ ਤੇਰੇ ਲਾਡਲੇ ਨੇ ਆਪ ਵਿਗੜਿਆ ਤੇ ਝਾਟੜੇ ਵਿਗਾੜਤੇ ਰਾਜਾ ਜੀ ਤੇਰੇ ਲਾਡਲੇ ਨੇ ਆਪ ਵਿਗੜਿਆ ਤੇ ਝਾਟੜੇ ਵਿਗਾੜਤੇ ਰਾਜਾ ਜੀ ਤੇਰੇ ਲਾਡਲੇ ਨੇ ਵਿਗੜਿਆ ਤੇ ਝਾਟੜੇ ਵਿਗਾੜਤੇ ਤੇਰੇ ਲਾਡਲੇ ਨੇ ਆਪ ਵਿਗੜਿਆ ਤੇ ਝਾਟੜੇ ਵਿਗਾੜਤੇ ਰਾਜਾ ਜੀ ਤੇਰੇ ਲਾਡਲੇ ਨੇ ਅੱਛਾ ਇਦਾਂ ਹੈ ਤੇ ਜਦੋਂ ਹਰਨਾਕਸ਼ ਨੇ ਸੁਣਿਆ ਉਹ ਆਖਣ ਲੱਗਾ ਜੇ ਇਦਾਂ ਕਰਦਾ ਇਦਾਂ ਦੇ ਪੁੱਤਰ ਨੂੰ ਤੇ ਫਿਰ ਖਤਮ ਕਰ ਦੇਣਾ ਚਾਹੀਦਾ ਹੈ ਇੰਨਾ ਗੁਰਮੁਖ ਪਿਆਰਿਓ ਪ੍ਰਭਤਾ ਦਾ ਮਾਣ ਹੁੰਦਾ ਹੈ ਦੇਖੋ ਉਹ ਹਰਨਾਕਸ਼ ਕਹਿੰਦਾ ਹੈ ਜੇ ਮੇਰਾ ਨਾਂ ਨਹੀਂ ਨਾ ਜਪਦਾ ਫਿਰ ਇਹਨੂੰ ਤੇ ਖਤਮ ਕਰ ਦੇਣਾ ਚਾਹੀਦਾ ਹੈ ਤੇ ਗੁਰਮੁਖੋ ਅਹਿਲਕਾਰਾਂ ਨੂੰ ਹੁਕਮ ਕੀਤਾ ਇਹਦੀਆਂ ਮੁਸਕਾਂ ਬੰਨ ਕੇ ਬਾਹਾਂ ਬੰਨ ਕੇ ਇਹਨੂੰ ਦਰਿਆ ਵਿੱਚ ਛੱਡੋ ਤੇ ਉਹਨਾਂ ਨੇ ਗੁਰਮੁਖ ਪਿਆਰਿਓ ਬੰਨ ਕੇ ਸਿੱਟਿਆ ਪਰ ਜਿਹਦਾ ਰਾਖਾ ਪਰਮੇਸ਼ਰ ਹੋਵੇ ਉਹਦਾ ਬਾਲ ਵਿੰਗਾ ਨਹੀਂ ਹੁੰਦਾ ਉਹਦੀ ਰੱਖਿਆ ਪਰਮੇਸ਼ਰ ਕਰਦਾ ਹੈ ਕੁਝ ਨਹੀਂ ਵਿਗੜਿਆ ਫੇਰ RAM ਨਾਮ ਜਪਦਾ ਹੈ ਫਿਰ ਆਖਰਕਾਰ ਇਹਨੂੰ ਸੱਪਾਂ ਵਾਲੇ ਕਮਰੇ ਵਿੱਚ ਬੰਦ ਕੀਤਾ ਪ੍ਰਹਿਲਾਦ ਕੋਠੇ ਵਿੱਚ ਰੱਖਿਆ ਵਾਰ ਦੀਆ ਤਾਲਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਵਿੱਚ ਵਚਨ ਆਏ ਬਾਣੀ ਹੈ ਕਹਿੰਦੇ ਪ੍ਰਹਿਲਾਦ ਨੂੰ ਉਹਦੇ ਪਿਤਾ ਨੇ ਉਹਦੇ ਬਾਪ ਨੇ ਇੱਕ ਕੋਠੇ ਵਿੱਚ ਬੰਦ ਕਰਤਾ ਜਿੱਥੇ ਬਹੁਤ ਜ਼ਹਿਰੀਲੇ ਸੱਪ ਸੀ ਉਹਦਾ ਭਾਵ ਇਹ ਸੀ ਵੀ ਤੇ ਸੱਪ ਲੜ ਜਾਏਗਾ ਲੜ ਜਾਣਗੇ ਮਰ ਜਾਏਗਾ ਪਰ ਗੁਰਮੁਖੋ ਉਹ ਸੱਪਾਂ ਨਾਲ ਇਦਾਂ ਖੇਡਦਾ ਜਿੱਦਾਂ ਬੱਚੇ ਖਿਡੌਣਿਆਂ ਨਾਲ ਖੇਡਦੇ ਨੇ ਫਿਰ ਵੀ ਕੁਝ ਵੀ ਦਾ ਵਿਗੜਿਆ ਨਾ ਫਿਰ ਵੀ ਕੁਝ ਨਾ ਹੋਇਆ ਤੇ ਇਹਦੀ ਭੈਣ ਸੀ ਹੋਲਕਾ ਉਹਨੂੰ ਵਰ ਮਿਲਿਆ ਹੋਇਆ ਸੀ ਉਹਦੇ ਕੋਲ ਚਾਦਰ ਸੀ ਇੱਕ ਕਹਿੰਦੇ ਉਹ ਚਾਦਰ ਨੂੰ ਆਪਣੇ ਉੱਪਰ ਤਾਣ ਲੈਂਦੀ ਸੀ ਉਹਨੂੰ ਗੁਰਮੁਖ ਪਿਆਰਿਓ ਅੱਗ ਨਹੀਂ ਸੀ ਲੱਗਦੀ ਅੱਗ ਸਾੜ ਨਹੀਂ ਸੀ ਸਕਦੀ ਜਦੋਂ ਹਰਨਾਕਸ਼ ਨੂੰ ਇੰਨਾ ਦੁਖੀ ਹੋਇਆ ਵੇਖਿਆ ਵੀ ਮੇਰਾ ਪੁੱਤਰ ਮੇਰੇ ਕਹਿਣੇ 'ਚ ਨਹੀਂ ਮੇਰਾ ਨਾਂ ਨਹੀਂ ਜਪਦਾ ਇਦਾਂ ਦੇ ਪੁੱਤਰ ਨੂੰ ਤੇ ਖਤਮ ਕਰ ਦੇਣਾ ਚਾਹੀਦਾ ਹੈ ਇਹਨੂੰ ਮਾਰ ਦੇਣਾ ਚਾਹੀਦਾ ਹੈ ਹਰਨਾਕਸ਼ ਦੀ ਭੈਣ ਸੀ ਹੋਲਕਾ ਉਹ ਆਖਣ ਲੱਗੀ ਵੀਰਾ ਇਹ ਕੋਈ ਵੱਡੀ ਗੱਲ ਤੇ ਹੈ ਨਹੀਂ ਖਤਮ ਕਰਨਾ ਇਹਨੂੰ ਮੈਂ ਕਰ ਦਿੰਨੀ ਤੇ ਹੁਣ ਗੁਰਮੁਖੋ ਜਿੱਦਾਂ ਚਿੱਖਾ ਵਾਲੀ ਦੀਆਂ ਨਾ ਲੱਕੜਾਂ ਇਕੱਠੀਆਂ ਕੀਤੀਆਂ ਛੋਟਾ ਜਿਹਾ ਸੀ ਪ੍ਰਹਿਲਾਦ ਉਹ ਚਾਦਰ ਦੀ ਬੁੱਕਲ ਮਾਰੀ ਆਪਣੇ ਉੱਪਰ ਇਹਦੀ ਭੈਣ ਹੋਲਕਾ ਨੇ ਭਗਤ ਪ੍ਰਹਿਲਾਦ ਨੂੰ ਆਪਣੀ ਗੋਦ ਵਿੱਚ ਬਿਠਾ ਲਿਆ ਤੇ ਜਦੋਂ ਪਰਮੇਸ਼ਰ ਰੱਖਿਆ ਕਰਦਾ ਹੈ ਗੁਰਮੁਖ ਪਿਆਰਿਓ ਕਈ ਵਾਰੀ ਰੱਖੇ ਰੱਖਣਹਾਰ ਉਹਦੇ ਹੱਥ ਵਿੱਚ ਹੈ ਕਈ ਵਾਰੀ ਗੁਰਮੁਖ ਪਿਆਰਿਓ ਬੜੇ ਯਤਨ ਕਰੀਦੇ ਆ
ਵੀ ਸਾਡਾ ਇਥੋਂ ਇਲਾਜ ਹੋ ਜਾਏ, ਬੜੇ ਡਾਕਟਰਾਂ ਕੋਲ ਜਾਈਦਾ ਹੈ, ਪਰ ਨਹੀਂ ਗੱਲ ਬਣਦੀ। ਪਰ ਜਦੋਂ ਉਹਦੀ ਕਿਰਪਾ ਹੋਵੇ ਗੁਰਮੁਖ ਪਿਆਰਿਓ, ਵੇਖਿਆ ਹੋਏਗਾ ਕਈ ਵਾਰੀ ਗੁਰਮੁਖ ਪਿਆਰਿਓ ਇਦਾਂ ਦਾ ਐਕਸੀਡੈਂਟ ਹੁੰਦਾ ਹੈ, ਦੋ ਕਾਰਾਂ ਆਪ ਵਿੱਚ ਟਕਰਾ ਜਾਣ, ਚੂਰੋ ਚੂਰ ਹੋ ਜਾਣ, ਉਹਨਾਂ ਨੂੰ ਵੇਖ ਕੇ ਇਦਾਂ ਲੱਗਦਾ ਵੀ ਕਿ ਬੰਦੇ ਬਚੇ ਨਹੀਂ ਹੋਣੇ, ਪਰ ਕਈ ਵਾਰੀ ਪਰਮੇਸ਼ਰ ਗੁਰਮੁਖ ਪਿਆਰਿਓ ਉਹਨਾਂ ਨੂੰ ਵੀ ਬਚਾ ਲੈਂਦਾ। ਕਿਵੇਂ ਬਚ ਜਾਂਦੇ ਨੇ ਉਹ? ਕੋਈ ਸਾਡਾ ਕੋਈ ਚੰਗਾ ਕਰਮ ਅੱਗੇ ਆ ਜਾਂਦਾ ਹੈ। ਤੇ ਹੁਣ ਇਹਦੀ ਭੈਣ ਹੋਲਕਾ ਨੇ ਪ੍ਰਹਿਲਾਦ ਨੂੰ ਆਪਣੀ ਗੋਦ ਵਿੱਚ ਬਿਠਾ ਲਿਆ ਤੇ ਉਹ ਲੱਕੜਾਂ ਨੂੰ ਅੱਗ ਲਾਈ ਗਈ। ਪਰਮੇਸ਼ਰ ਦਾ ਭਾਣਾ ਇਦਾਂ ਹੋਇਆ, ਜਿਹੜੀ ਉਹ ਚਾਦਰ ਸੀ ਉੱਡ ਕੇ ਗੁਰਮੁਖ ਪਿਆਰਿਓ ਪ੍ਰਹਿਲਾਦ ਤੇ ਪੈ ਗਈ, ਹੋਲਕਾ ਸੜ ਕੇ ਸਵਾਹ ਹੋ ਗਈ, ਮਚ ਗਈ, ਸਵਾਹ ਹੋ ਗਈ। ਫੇਰ ਵੀ ਗੁਰਮੁਖ ਪਿਆਰਿਓ ਉਹਦਾ ਵਾਲ ਵਿੰਗਾ ਨਾ ਹੋਇਆ। ਉਹਨੂੰ ਕੋਈ ਮਾਰ ਨਹੀਂ ਸਕਦਾ ਜਿਹਦਾ ਰਾਖਾ ਪਰਮੇਸ਼ਰ ਹੋਵੇ। ਹੋ ਮਾਰ ਸਕੇ ਨਾ ਕੋਈ ਜਿਹਦਾ ਰਾਖਾ ਹੈ ਪਰਮਾਤਮਾ, ਮਾਰ ਸਕੇ ਨਾ ਕੋਈ ਜਿਹਦਾ ਰਾਖਾ ਹੈ ਪਰਮਾਤਮਾ, ਮਾਰ ਸਕੇ ਨਾ ਕੋਈ ਜਿਸ ਦਾ ਰਾਖਾ ਹੈ ਪਰਮਾਤਮਾ, ਮਾਰ ਸਕੇ ਨਾ ਕੋਈ ਜਿਸ ਦਾ ਰਾਖਾ ਹੈ ਪਰਮਾਤਮਾ, ਮਾਰ ਸਕੇ ਨਾ ਕੋਈ ਜਿਹਦਾ ਰਾਖਾ ਹੈ ਪਰਮਾਤਮਾ, ਮਾਰ ਸਕੇ ਨਾ ਕੋਈ ਜਿਹਦਾ ਰਾਖਾ ਹੈ ਪਰਮਾਤਮਾ, ਮਾਰ ਸਕੇ ਨਾ ਕੋਈ ਜਿਹਦਾ ਰਾਖਾ ਹੈ, ਮਾਰ ਸਕੇ ਨਾ ਕੋਈ ਜਿਹਦਾ ਰਾਖਾ ਹੈ ਪਰਮਾਤਮਾ, ਉਹ ਮਾਰ ਸਕੇ ਨਾ ਕੋਈ ਜਿਹਦਾ ਰਾਖਾ ਹੈ ਪਰਮਾਤਮਾ, ਮਾਰ ਸਕੇ ਨਾ ਕੋਈ ਜਿਹਦਾ ਰਾਖਾ ਹੈ ਪਰਮਾਤਮਾ, ਮਾਰ ਸਕੇ ਨਾ ਕੋਈ ਜਿਹਦਾ ਰਾਖਾ ਹੈ ਪਰਮਾਤਮਾ, ਮਾਰ ਸਕੇ ਨਾ ਕੋਈ ਜਿਹਦਾ ਰਾਖਾ ਹੈ ਰਾਖਾ ਹੈ ਪਰਮਾਤਮਾ, ਰਾਖਾ ਹੈ ਪਰਮਾਤਮਾ, ਰਾਖਾ ਹੈ ਪਰਮਾਤਮਾ, ਰਾਖਾ ਹੈ ਪਰਮਾਤਮਾ। ਉਹ ਜਿਹਦਾ ਰਾਖਾ ਹੈ ਪਰਮਾਤਮਾ, ਰਾਖਾ ਹੈ ਪਰਮਾਤਮਾ, ਰਾਖਾ ਹੈ ਪਰਮਾਤਮਾ, ਰਾਖਾ ਹੈ ਆਤਮਾ, ਰਾਖਾ ਹੈ ਪਰਮਾਤਮਾ, ਰਾਖਾ ਹੈ ਪਰਮਾਤਮਾ, ਰਾਖਾ ਹੈ ਪਰਮਾਤਮਾ, ਮਾਰ ਸਕੇ ਨਾ ਕੋਈ, ਮਾਰ ਸਕੇ ਨਾ ਕੋਈ ਜਿਹਦਾ ਰਾਖਾ ਹੈ ਪਰਮਾਤਮਾ, 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 ਜਿਸ ਕਾ ਸਾਹਿਬ ਡਾਢਾ ਹੋਏ ਤਿਸਨੋ ਮਾਰ ਨਾ ਸਕੈ ਕੋਈ। ਤੇ ਹੁਣ ਗੁਰਮੁਖੋ ਪਰਮੇਸ਼ਰ ਨੇ ਭਗਤ ਪ੍ਰਹਿਲਾਦ ਦੀ ਰੱਖਿਆ ਕੀਤੀ। ਇਧਰ ਹਰਨਾਕਸ਼ ਨੂੰ ਬੜਾ ਗੁੱਸਾ ਆਇਆ, ਆਖਣ ਲੱਗਾ ਮੈਂ ਵੇਖਦਾ ਤਾਂ ਪਰਮੇਸ਼ਰ ਪਰਮਾਤਮਾ ਕਿੱਥੇ ਰਹਿੰਦਾ ਹੈ, ਮੈਂ ਖਤਮ ਕਰਦਾ ਇਹਨੂੰ। ਇੱਕ ਗੁਰਮੁਖੋ ਲੋਹੇ ਦਾ ਥੰਮ ਗਰਮ ਕਰਵਾਇਆ, ਥੰਮ ਜਦੋਂ ਲਾਲ ਹੋ ਗਿਆ ਬਿਲਕੁਲ, ਆਖਣਾ ਕੀਤਾ ਹਰਨਾਕਸ਼ ਨੇ, ਪ੍ਰਹਿਲਾਦ ਜੇ ਤੈਨੂੰ ਆਪਣੇ ਪਰਮੇਸ਼ਰ ਤੇ ਮਾਣ ਹੈ ਨਾ, ਫਿਰ ਇਹ ਥੰਮ ਦੇ ਨਾਲ ਜੱਫੀ ਪਾਉਣੀ ਕਰ ਤੂੰ। ਇਹ ਥੰਮ ਨੂੰ ਜੱਫੀ ਪਾ
ਤੇ ਹੁਣ ਗੁਰਮਖੋ ਜਦੋਂ ਥੰਮ ਲਾਲ ਕੀਤਾ ਗਿਆ, ਭਗਤ ਪ੍ਰਹਿਲਾਦ ਜੀ ਨੇ ਥੰਮ ਨੂੰ ਜਦੋਂ ਜੱਫੀ ਪਾਈ, ਇਧਰ ਇਹਦੇ ਕੋਲ ਤਲਵਾਰ ਸੀ, ਹਰਨਾਕਸ਼ ਦੇ ਕੋਲ, ਕਿ ਮੈਂ ਆਪਣੀ ਤਲਵਾਰ ਦੇ ਨਾਲ ਇਹ ਤੇ ਵਾਰ ਕਰਾਂਗਾ, ਇਹਨੂੰ ਮਾਰ ਦਿਆਂਗਾ। ਮੇਰਾ ਪੁੱਤਰ ਮੇਰਾ ਨਾਂ ਹੀ ਨਹੀਂ ਜਪਦਾ। ਤੇ ਗੁਰਮਖੋ ਜਦੋਂ ਤਲਵਾਰ ਦਾ ਵਾਰ ਕਰਨ ਲੱਗਿਆ, ਉਹਦੇ ਵਿੱਚੋਂ ਫਿਰ ਪ੍ਰਗਟ ਹੋਇਆ ਨਰਸਿੰਘ। ਨਰਸਿੰਘ ਪ੍ਰਗਟ ਹੋਇਆ, ਉਹਦਾ ਅੱਧਾ ਧੜ ਸੀ ਸ਼ੇਰ ਦਾ। ਨਰ ਤੋਂ ਭਾਵ ਮਨੁੱਖ, ਅੱਧਾ ਜਿਹੜਾ ਧੜ ਸੀ ਉਹ ਮਨੁੱਖ ਦਾ ਸੀ, ਅੱਧਾ ਧੜ ਸੀ ਜਿਹੜਾ ਉਹ ਸ਼ੇਰ ਦਾ। ਨਰ ਸਿੰਘ ਨਰ, ਮਨੁੱਖ ਸਿੰਘ ਸ਼ੇਰ। ਜਦੋਂ ਪ੍ਰਗਟ ਹੋ ਗਿਆ ਤੇ ਇਹ ਵਾਰ ਕਰਨ ਲੱਗਿਆ, ਪਰਮੇਸ਼ਰ ਨੇ ਉਹਦੀ ਤਲਵਾਰ ਦਾ ਵਾਰ ਰੋਕ ਕੇ ਆਖਣਾ ਕੀਤਾ, ਰੁਕ ਜਾ ਹਰਨਾਕਸ਼, ਤੇਰਾ ਹੁਣ ਅੰਤ ਸਮਾਂ ਆ ਗਿਆ, ਤੇਰਾ ਸਮਾਂ ਦੁਨੀਆ ਤੋਂ ਜਾਣ ਦਾ ਆ ਗਿਆ। ਹੁਣ ਇਹਦੇ ਮਨ ਵਿੱਚ ਘਮੰਡ ਇਹ ਸੀ, ਮਾਣ ਇਹ ਸੀ ਵੀ ਮੈਂ ਤੇ ਵਰ ਲਏ ਹੋਏ ਨੇ, ਮੈਂ ਤੇ ਪਹਿਲਾਂ ਵਰ ਲਏ ਨੇ ਭਗਤੀ ਕਰਕੇ। ਆਖਣ ਲੱਗਾ ਮੈਂ ਤੇ ਵਰ ਲਏ ਨੇ, ਮੇਰੀ ਮੌਤ ਨਹੀਂ ਹੋ ਸਕਦੀ। ਤੇ ਹੁਣ ਗੁਰਮਖੋ ਉਹ ਨਰਸਿੰਘ ਰੂਪ ਸੀ ਜਿਹੜਾ, ਉਹਨੇ ਹਰਨਾਕਸ਼ ਨੂੰ ਆਪਣੇ ਪੱਟਾਂ ਤੇ ਬਿਠਾ ਲਿਆ, ਆਪਣੇ ਪੱਟਾਂ ਤੇ ਰੱਖਿਆ, ਤੇ ਦੇਹੜੀਆਂ ਵਿੱਚ ਨਾ ਉਹ ਬਾਹਰਲੇ ਪਾਸੇ ਸੀ ਨਾ ਅੰਦਰ ਸੀ। ਕਿਉਂ? ਇਹਨੇ ਵਰ ਲਏ ਹੋਏ ਸੀ ਵੀ ਨਾ ਮੈਂ ਅੰਦਰ ਮਰਾਂ ਨਾ ਬਾਹਰ ਮਰਾਂ। ਪਰਮੇਸ਼ਰ ਭਗਵਾਨ ਨੇ ਪੁੱਛਣਾ ਕੀਤਾ ਹਰਨਾਕਸ਼ ਨੂੰ, ਵੇਖ ਹਰਨਾਕਸ਼, ਤੂੰ ਅੰਦਰ ਹੈ ਕਿ ਬਾਹਰ? ਇਹ ਆਖਣ ਲੱਗਾ ਨਾ ਮੈਂ ਅੰਦਰ ਆ ਨਾ ਬਾਹਰ ਆ। ਵੇਖ ਤੇਰੇ ਤੇ ਕਿਸੇ ਤਲਵਾਰ ਦਾ ਤੇ ਵਾਰ ਨਹੀਂ ਹੋਇਆ। ਕਹਿੰਦਾ ਨਹੀਂ, ਜਿੰਨੇ ਗੁਰਮੁਖ ਪਿਆਰਿਓ ਇਹਨੇ ਆਪਾਂ ਗੱਲ ਮੁਕਾਈਏ, ਵਰ ਲਏ ਸੀ ਸਾਰੇ ਵਰ ਇਹਨੇ, ਪਰਮੇਸ਼ਰ ਨੇ ਸਾਰੇ ਵਰ ਪੂਰੇ ਕਰ ਦਿੱਤੇ। ਆਖਰ ਵਿੱਚ ਤੇ ਗੁਰਮੁਖੋ ਉਸ ਪਰਮੇਸ਼ਰ ਨੇ ਫਿਰ ਆਪਣੇ ਵੱਡੇ ਵੱਡੇ ਨੌ ਵਧਾਏ, ਵੱਡੇ ਵੱਡੇ ਨੌ ਵਧਾ ਕੇ ਹਰਨਾਕਸ਼ ਨੂੰ ਗੁਰਮੁਖ ਪਿਆਰਿਓ ਵਿਚਾਲੋਂ ਪਾੜ ਦਿੱਤਾ, ਉਹਦੀ ਛਾਤੀ ਪਾੜ ਦਿੱਤੀ। ਇਦਾਂ ਗੁਰਮੁਖ ਪਿਆਰਿਓ ਹਰਨਾਕਸ਼ ਦਾ ਅੰਤ ਹੋਇਆ। ਆਪਾਂ ਪੜ੍ਹਦੇ ਨਹੀਂ ਰਹਿਰਾਸ, ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਤੇ ਗੁਰਮੁਖ ਪਿਆਰਿਓ ਜਿਹੜਾ ਦੋਖੀ ਸੀ ਨਾ ਭਗਤਾਂ ਦਾ, ਉਹ ਪਰਮੇਸ਼ਰ ਨੇ ਫਿਰ ਆਪਣੀਆਂ ਨੌਂਦਰਾਂ ਦੇ ਨਾਲ ਉਹਨੂੰ ਖਤਮ ਕੀਤਾ। ਨੌਹਾਂ ਨਾਲ ਪਾੜਤਾ ਸੰਤਾਂ ਦਾ ਦੋਖੀ ਜਿਹੜਾ, ਨੌਹਾਂ ਨਾਲ ਪਾੜਤਾ ਸੰਤਾਂ ਦਾ ਦੋਖੀ ਜਿਹੜਾ। ਉਹ ਨੌਹਾਂ ਨਾਲ ਪਾੜਤਾ ਸੰਤਾਂ ਦਾ ਦੋਖੀ ਜਿਹੜਾ, ਨੌਹਾਂ ਨਾਲ ਪਾੜਤਾ ਸੰਤਾਂ ਦਾ ਦੋਖੀ ਜਿਹੜਾ। ਨੌਹਾਂ ਨਾਲ ਪਾੜਤਾ ਸੰਤਾਂ ਦਾ ਦੋਖੀ ਜਿਹੜਾ, ਨੌਹਾਂ ਨਾਲ ਪਾੜਤਾ ਸੰਤਾਂ ਦਾ ਦੋਖੀ ਜਿਹੜਾ। ਸੰਤਾਂ ਦਾ ਦੋਖੀ ਜਿਹੜਾ, ਭਗਤਾਂ ਦਾ ਦੋਖੀ ਜਿਹੜਾ, ਸੰਤਾਂ ਦਾ ਦੋਖੀ ਜਿਹੜਾ, ਭਗਤਾਂ ਦਾ ਦੋਖੀ ਜਿਹੜਾ। ਸੰਤਾਂ ਦਾ ਦੋਖੀ ਜਿਹੜਾ, ਸੰਤਾਂ ਦਾ ਦੋਖੀ ਜਿਹੜਾ, ਸੰਤਾਂ ਦਾ ਦੋਖੀ ਜਿਹੜਾ, ਭਗਤਾਂ ਦਾ ਦੋਖੀ ਜਿਹੜਾ। ਸੰਤਾਂ ਦਾ ਦੋਖੀ ਜਿਹੜਾ, ਸੰਤਾਂ ਦਾ ਦੋਖੀ ਜਿਹੜਾ,
ਜਿਹੜਾ ਭਗਤਾਂ ਦਾ ਦੁਖੀ ਜਿਹੜਾ ਨੌਹਾਂ ਨਾਲ ਪਾੜਤਾ ਭਗਤਾਂ ਦਾ ਦੁਖੀ ਜਿਹੜਾ ਨੌਹਾਂ ਨਾਲ ਪਾੜਤਾ ਭਗਤਾਂ ਦਾ ਦੁਖੀ ਜਿਹੜਾ ਨੌਹਾਂ ਨਾਲ ਪਾੜਤਾ ਸੰਤਾਂ ਦਾ ਦੁਖੀ ਜਿਹੜਾ ਨੌਹਾਂ ਨਾਲ ਪਾੜਤਾ ਭਗਤਾਂ ਦਾ ਦੁਖੀ ਜਿਹੜਾ ਭਗਤਾਂ ਦਾ ਦੁਖੀ ਜਿਹੜਾ ਨੌਹਾਂ ਨਾਲ ਪਾੜਤਾ ਭਗਤਾਂ ਦਾ ਦੁਖੀ ਜਿਹੜਾ ਇਸ ਕਰਕੇ ਗੁਰਮੁਖ ਪਿਆਰਿਓ ਫਿਰ ਪਰਮੇਸ਼ਰ ਨੇ ਆਪਣੇ ਭਗਤ ਦੀ ਲਾਜ ਰੱਖੀ ਉਸ ਹਰਨਾਕਸ਼ ਨੂੰ ਜਿਨੇ ਗੁਰਮੁਖ ਪਿਆਰਿਓ ਪਰਮੇਸ਼ਰ ਤੋਂ ਇੰਨੇ ਵਰ ਲਏ ਸੀ ਕਿ ਮੈਂ ਦੁਨੀਆ ਵਿੱਚ ਸਦਾ ਰਵਾਂ ਦੁਨੀਆ ਦੇ ਵਿੱਚੋਂ ਜਾਵਾਂ ਨਾ ਮੈਂ ਦੁਨੀਆ ਨੂੰ ਆਪਣਾ ਨਾਮ ਜਪਾਵਾਂ ਆਖਰਕਾਰ ਗੁਰਮੁਖ ਪਿਆਰਿਓ ਉਹਨੂੰ ਵੀ ਫਿਰ ਇਸ ਸੰਸਾਰ ਤੋਂ ਜਾਣਾ ਪਿਆ ਇਸ ਕਰਕੇ ਜਾਣਾ ਗੁਰਮੁਖ ਪਿਆਰਿਓ ਆਪਾਂ ਸਾਰਿਆਂ ਨਹੀਂ ਪਰ ਜਾਣ ਵਿੱਚ ਫਰਕ ਹੁੰਦਾ ਹੈ ਇਸ ਕਰਕੇ ਜਿਹੜਾ ਵੀ ਸੰਸਾਰ ਤੇ ਆਇਆ ਹੈ ਉਹਨੂੰ ਆਪਣੀ ਆਪਣੀ ਵਾਰੀ ਦੇ ਮੁਤਾਬਕ ਜਾਣਾ ਪੈਂਦਾ ਹੈ ਜਿੱਦਾਂ ਭਾਈ ਸਾਹਿਬ ਭਾਈ ਗੁਰਜੰਟ ਸਿੰਘ ਜੀ ਵੀ ਆਏ ਸੀ ਅੱਜ ਦੁਨੀਆ ਵਿੱਚ ਨਹੀਂ ਰਹੇ ਇਦਾਂ ਆਪਾਂ ਸਾਰਿਆਂ ਨੇ ਆਪਣੀ ਆਪਣੀ ਵਾਰੀ ਅਨੁਸਾਰ ਚਲੇ ਜਾਣਾ ਹੈ ਇਹ ਕੋਈ ਪਤਾ ਨਹੀਂ ਗੁਰਮੁਖ ਪਿਆਰਿਓ ਕਦੋਂ ਤੇ ਕਿੱਥੇ ਕਿਹਦਾ ਸਮਾਂ ਆ ਜਾਣਾ ਹੈ ਇਹ ਪਰਮੇਸ਼ਰ ਹੀ ਜਾਣਦਾ ਹੈ ਪਰ ਬਸ ਇੰਨਾ ਹੀ ਹੈ ਜਿਹੜੇ ਪਰਮੇਸ਼ਰ ਵਾਹਿਗੁਰੂ ਨੇ ਆਪਾਂ ਨੂੰ ਇਸ ਸੰਸਾਰ ਤੇ ਭੇਜਿਆ ਉਹਨੂੰ ਯਾਦ ਰੱਖੀਏ ਉਹਦੀ ਬੰਦਗੀ ਕਰੀਏ ਨਾਮ ਜਪੀਏ ਸੋ ਆਓ ਸਾਰੀਆਂ ਸੰਗਤਾਂ ਦਾ ਧੰਨਵਾਦ ਰਿਸ਼ਤੇਦਾਰਾਂ ਦਾ ਭੈਣ ਭਰਾਵਾਂ ਦਾ ਹੋਰ ਸਾਕ ਸੰਬੰਧੀਆਂ ਦਾ ਸਾਰੀ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦਾ ਜੋ ਵੀ ਇਸ ਪਰਿਵਾਰ ਨਾਲ ਭਾਈ ਦੁੱਖ ਸਾਂਝਾ ਕੀਤਾ ਹੈ ਦੁੱਖ ਵੰਡਾਇਆ ਜਦੋਂ ਕਿਸੇ ਦੇ ਦੁੱਖ ਵਿੱਚ ਜਾਈਏ ਤੇ ਗੁਰਮੁਖੋ ਦੁੱਖ ਵੰਡਾਇਆ ਜਾਂਦਾ ਹੈ ਸੁਖ ਵਿੱਚ ਜਾਈਏ ਖੁਸ਼ੀ ਵਿੱਚ ਜਾਈਏ ਗੁਰਮੁਖ ਪਿਆਰਿਓ ਖੁਸ਼ੀ ਦਾ ਪ੍ਰਗਟਾਵਾ ਵੱਧ ਜਾਂਦਾ ਹੈ ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਬੋਲਦਿਆਂ ਕੋਲੋਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਤਰੁੱਟੀਆਂ ਰਹਿ ਜਾਂਦੀਆਂ ਨੇ ਸੰਗਤ ਅਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਣ ਯੋਗ ਨੇ ਬਖਸ਼ ਲੈਣਾ ਅੱਗੇ ਤੋਂ ਸੁੱਧਤਾ ਦੀ ਅਰਦਾਸ ਸਭ ਤੋਂ ਵੱਧ ਧੰਨਵਾਦ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਜੀ ਦਾ ਜਿਨ੍ਹਾਂ ਨੇ ਆਪਣੇ ਸੇਵਕਾਂ ਦੇ ਗ੍ਰਹਿ ਵਿਖੇ ਚਰਨ ਪਾ ਕੇ ਪਵਿੱਤਰ ਕੀਤਾ ਹੈ ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਸੋ ਬੇਨਤੀ ਹੈ ਪਰਿਵਾਰ ਵੱਲੋਂ ਜਿਨ੍ਹਾਂ ਵੀ ਸੰਗਤਾਂ ਨੇ ਭਾਈ ਗੁਰੂ ਕੇ ਲੰਗਰ ਨਹੀਂ ਸਕੇ ਉਹਨਾਂ ਨੂੰ ਬੇਨਤੀ ਹੈ ਕਿ ਅਰਦਾਸ ਤੋਂ ਬਾਅਦ ਸਾਰੀਆਂ ਸੰਗਤਾਂ ਨੇ ਲੋੜ ਅਨੁਸਾਰ ਗੁਰੂ ਕੇ ਲੰਗਰ ਛਕੇ ਜਾਣੇ ਨੇ ਸੋ ਹੁਣ ਆਪਾਂ ਆਨੰਦ ਸਾਹਿਬ ਜੀ ਦੇ ਪਾਠ ਵਿੱਚ ਜੁੜੀਏ ਉਸ ਤੋਂ ਉਪਰੰਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਫਿਰ ਸਤਿਗੁਰਾਂ ਦੇ ਹੁਕਮਨਾਮੇ ਫਿਰ ਗੁਰੂ ਕੀਆਂ ਦੇਗਾਂ ਦਾ ਵਰਤਾਰਾ ਹੋਏਗਾ ਉਸ ਤੋਂ ਉਪਰੰਤ ਸਾਰੀਆਂ ਸੰਗਤਾਂ ਨੇ ਭਾਈ ਲੰਗਰ ਪ੍ਰਸ਼ਾਦਾ ਛਕ ਕੇ ਫਿਰ ਜਾਣ ਦੀ ਕਿਰਪਾਲਤਾ ਕਰਨੀ ਹੈ ਸੋ ਆਓ ਹੁਣ ਆਪਾਂ ਆਨੰਦ ਸਾਹਿਬ ਵਿੱਚ ਜੁੜੀਏ।